हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੀ 6ਵੀਂ ਸਟੋਰੀ ਦ ਬॉय ਹੂ ਬ੍ਰੋਕ ਦ ਬੈਂਕ ਜਿਸ ਨੂੰ ਕਿ ਰਸਕਿਨ ਬੌਂਡ ਨੇ ਲਿਖਿਆ ਹੋਇਆ ਹੈ, ਇਸ ਸਟੋਰੀ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਇਹ ਵੀਡੀਓ ਇਸ ਸਟੋਰੀ ਦੀ ਸੀਰੀਜ਼ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਸਟੂਡੈਂਟਸ, ਇਸ ਸਟੋਰੀ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਸਟੋਰੀ ਦੇ ਰਾਈਟਰ ਰਸਕਿਨ ਬੌਂਡ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਸ ਨੂੰ ਐਕਸਪਲੇਨ ਕੀਤਾ ਹੈ ਅਤੇ ਨਾਲ ਹੀ ਸਟੋਰੀ ਦੇ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਹੈ। ਕਿਉਂਕਿ ਇਹ ਸਟੋਰੀ ਪੈਰਾਗ੍ਰਾਫ ਦੀ ਸ਼ੇਪ ਦੇ ਵਿੱਚ ਹੈ ਤਾਂ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਪਹਿਲੇ 7 ਪੈਰਾਗ੍ਰਾਫ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਏ ਨੇ। ਇਹਨਾਂ 7 ਪੈਰਾਗ੍ਰਾਫ ਦੇ ਵਿੱਚ ਜਿੰਨੇ ਵੀ ਡਿਫਿਕਲਟ ਵਰਡਸ ਆਏ ਨੇ, ਫਰੇਜ਼ਿਸ ਆਏ ਨੇ ਜਾਂ ਫਰੇਜ਼ਲ ਵਰਬਸ ਆਈਆਂ ਨੇ ਉਹ ਤੁਹਾਨੂੰ ਮੈਂ ਨਾਲੋਂ ਨਾਲ ਐਕਸਪਲੇਨ ਕੀਤੀਆਂ ਨੇ। ਉਮੀਦ ਹੈ ਬੱਚਿਓ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ ਕਿਉਂਕਿ ਅੱਗੇ ਦੀ ਸਟੋਰੀ ਸਮਝਣ ਦੇ ਲਈ ਤੁਹਾਨੂੰ ਇਹ ਵਾਲੀ ਸਟੋਰੀ ਦੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਜਿਸ ਤੇ ਜਾ ਕੇ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਅੱਜ ਵਾਲੀ ਸਟੋਰੀ ਨੂੰ ਕੰਟੀਨਿਊ ਕਰ ਸਕਦੇ ਹੋ। Love learning to lead at Deepak Sudnotes. 8th para, the news spread through the bazaar like a forest fire। ਹੁਣ ਜਿਹੜੀ ਖਬਰ ਹੈ ਇਹ ਬਾਜ਼ਾਰ 'ਚ ਇਸ ਤਰ੍ਹਾਂ ਫੈਲ ਗਈ ਜਿਵੇਂ ਜੰਗਲ ਦੀ ਅੱਗ ਫੈਲ। forest fire, forest ਜੰਗਲ ਹੋ ਗਿਆ। ਹੁਣ ਦੇਖੋ ਬਾਜ਼ਾਰ ਸ਼ਬਦ ਯੂਜ਼ ਹੋਇਆ ਨਾ, ਬਾਜ਼ਾਰ ਇੰਗਲਿਸ਼ ਦਾ ਵਰਡ ਨਹੀਂ ਹੈ ਬੇਸਿਕ, ਇਹ ਸਾਡੀ ਆਮ ਜਿਹੜੀਆਂ ਭਾਸ਼ਾਵਾਂ ਨੇ ਹਿੰਦੁਸਤਾਨ ਦੀਆਂ ਉਹਦਾ ਵਰਡ ਹੈ। ਇੱਥੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਹਨੇ ਲਿਖਿਆ ਜੀ, ਚੈਪਟਰ ਕਿਸੇ ਇੰਡੀਅਨ ਨੇ ਲਿਖਿਆ। ਸਾਨੂੰ ਪਤਾ ਹੈ ਇਹ ਰਸਕਿਨ ਬੌਂਡ ਨੇ ਲਿਖਿਆ। From the general merchants it traveled to the tea shop। ਤੁਹਾਨੂੰ ਪਤਾ ਹੈ ਨਾ ਜਨਰਲ ਮਰਚੈਂਟ ਨੂੰ ਵੀ ਪਤਾ ਲੱਗ ਗਿਆ ਕਿਉਂਕਿ ਉਹਦੀ ਦੁਕਾਨ ਤੇ ਜਾ ਕੇ ਫੋਨ ਘੁਮਾਇਆ ਗਿਆ ਸੇਠ ਗੋਬਿੰਦ ਰਾਮ ਨੂੰ, ਤਾਂ ਉਹਨੂੰ ਵੀ ਪਤਾ ਲੱਗ ਗਿਆ। ਉਹਨੇ ਕਿਹਨੂੰ ਦੱਸਤਾ ਅੱਗੇ, ਕਿਸੇ ਟੀ ਸ਼ਾਪ ਵਾਲੇ ਨੂੰ ਦੱਸਤਾ, ਚਾਹ ਦੀ ਦੁਕਾਨ ਵਾਲੇ ਨੂੰ ਦੱਸਤਾ। ਤੇ ਪੰਛੀ ਮਰ ਗਿਆ ਡਰੀ। ਸਰਕੂਲੇਟਡ amongst the customers, ਹੁਣ ਉੱਥੇ ਜਿਹੜੇ ਉਹਦੇ ਗਾਹਕ ਬੈਠੇ ਸੀ ਚਾਚੂ ਪੀਣ ਉਹਨਾਂ ਦੇ ਵਿਚਕਾਰ ਇਹ ਵੀ ਗੱਲ ਚਲੀ ਗਈ। ਤੇ ਸਰਕੂਲੇਟ among ਦਾ ਮਤਲਬ ਹੈ to pass from place to place, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਦ ਬੇਟਾ ਕੋਈ ਗੱਲ ਚੱਲਦੀ ਹੈ ਤਾਂ ਉਹਦੇ ਲਈ ਅਸੀਂ ਇੱਥੇ ਯੂਜ਼ ਕੀਤਾ ਹੈ ਸਰਕੂਲੇਟ amongst the customers। ਹੁਣ ਇੱਕ ਕਸਟਮਰ ਤੋਂ ਇੱਕ ਗਾਹਕ ਤੋਂ ਦੂਜੇ ਗਾਹਕ ਵੱਲ ਪਾਸ ਹੋ ਗਈ ਜੀ। ਐਂਡ ਦੈਨ ਸਪਰੈਡ ਵਿਦ them in various directions। ਹੁਣ ਨੈਚੁਰਲੀ ਜਦੋਂ ਗਾਹਕਾਂ ਕੋਲੇ ਗੱਲ ਚਲੀ ਗਈ, ਕੋਈ ਗਾਹਕ ਇੱਧਰ ਨੂੰ ਚਲਾ ਗਿਆ ਉਹਨੇ ਜਾ ਕੇ ਉੱਧਰ ਫੈਲਾਤੀ ਗੱਲ, ਕੋਈ ਉੱਧਰ ਨੂੰ ਚਲਾ ਗਿਆ ਉਹਨੇ ਉੱਧਰ ਫੈਲਾਤੀ ਗੱਲ, ਤਾਂ ਵੇਰੀਅਸ ਅਲੱਗ-ਅਲੱਗ ਡਾਇਰੈਕਸ਼ਨਾਂ 'ਚ ਇਹ ਗੱਲ ਫੈਲ ਗਈ। ਟੂ ਦਾ ਪਾਨ ਸੈਲਰ ਦਾ ਟੇਲਰ, ਪਾਨ ਸੈਲਰ ਤੋਂ ਟੇਲਰ ਤੱਕ ਚਲੀ ਗਈ ਜੀ ਗੱਲ, ਦਰਜੀ ਤੱਕ ਚਲੀ ਗਈ। ਪਾਨ ਵੇਚਦਾ ਉੱਥੇ ਤੱਕ ਚਲੀ ਗਈ ਗੱਲ। ਦਾ ਫਰੂਟ ਵੈਂਡਰ, ਜਿਹੜਾ ਫਰੂਟ ਦੀ ਰੇਹੜੀ ਲਾਉਂਦਾ ਫਰੂਟ ਵੈਂਡਰ ਕਹਿੰਦੇ ਆਪਾਂ ਉਹਨੂੰ, ਉਹਦੇ ਕੋਲ ਚਲੀ ਗਈ ਜੀ। ਦਾ ਜੁਐਲਰ, ਜੋ ਗਹਿਣੇ ਬਣਾਉਂਦਾ ਉੱਥੇ ਤੱਕ ਗੱਲ ਚਲੀ ਗਈ। ਦਾ ਬੈਗਰ ਸਿਟਿੰਗ ਔਨ ਦਾ ਪੇਮੈਂਟ, ਇੱਕ ਬੈਗਰ ਬੈਠਾ ਜੀ ਸ਼ਹਿਰ 'ਚ। ਪੇਮੈਂਟ ਦਾ ਮਤਲਬ ਹੁੰਦਾ ਸੜਕ ਦੇ ਨਾਲ ਬੇਟਾ ਜਿਹੜੀ ਫੁੱਟਪਾਥ ਹੁੰਦਾ ਪੱਕਾ ਜੀ ਥਾਂ ਹੁੰਦੀ ਹੈ ਤਾਂ ਉਸ ਨੂੰ ਆਪਾਂ ਪੇਮੈਂਟ ਕਹਿੰਦੇ ਹਾਂ, ਜਿਹਦੇ ਉੱਪਰ ਆਪਾਂ ਪੈਦਲ ਚੱਲਦੇ ਹਾਂ, ਤਾਂ ਉੱਥੇ ਬੈਗਰ ਬੈਠਾ ਹੈ, ਉੱਥੇ ਤੱਕ ਗੱਲ ਚਲੀ ਗਈ। 8ਵੇਂ ਪੈਰੇ 'ਚ ਦੱਸਿਆ ਗਿਆ ਜੀ ਇਹ ਗੱਲ ਅੱਗ ਵਾਂਗੂ ਫੈਲ ਗਈ ਪੂਰੇ ਸ਼ਹਿਰ 'ਚ। 9th ਪੈਰਾਗ੍ਰਾਫ ਹੈ ਜੀ ਓਲਡ ਗਣਪਤ ਦਾ ਬੈਗਰ। ਉਹਨੂੰ ਬੈਗਰ ਦਾ ਨਾਮ ਦੱਸਿਆ ਹੋਇਆ 9ਵੇਂ ਪੈਰੇ 'ਚ, ਬੁੱਢਾ ਗਣਪਤ। ਇਹ ਪੇਪਰ 'ਚ ਆ ਜਾਂਦਾ ਕਿ ਵਾਟ ਇਜ਼ ਦਾ ਨੇਮ ਆਫ ਦਾ ਬੈਗਰ, ਕੀ ਨਾਮ ਹੈ ਜੀ, ਗਣਪਤ। ਹੈਡ ਅ ਕ੍ਰੂਕਡ ਲੈਗ, ਉਹਦੀ ਇੱਕ ਲੱਤ ਹੈ ਜੀ ਜਿਹੜੀ ਮੁੜੀ ਹੋਈ ਹੈ, ਮਤਲਬ ਕਿ ਪ੍ਰੋਬਲਮ ਹੋਣੀ ਉਹਨੂੰ ਕੋਈ। ਕ੍ਰੂਕਡ ਦਾ ਮਤਲਬ ਹੁੰਦਾ ਨੋਟ ਸਟ੍ਰੇਟ, ਜਿਹੜੀ ਸਟ੍ਰੇਟ ਨਹੀਂ ਹੁੰਦੀ, ਸਿੱਧੀ ਨਹੀਂ ਹੁੰਦੀ। ਐਂਡ ਹੈਡ ਬੀਨ ਸਕੁਆਟਿੰਗ ਔਨ ਦਾ ਪੇਮੈਂਟ ਫॉर ਇਅਰਸ। ਸਾਨੂੰ ਪਤਾ ਉਹ ਕਿੱਥੇ ਬੈਠਾ ਜੀ, ਪੇਮੈਂਟ ਤੇ ਬੈਠਾ ਹੈ। ਕਹਿੰਦੇ ਉਹ ਪੇਮੈਂਟ ਤੇ ਸਾਲਾਂ ਤੋਂ, ਫॉर ਇਅਰਸ ਦਾ ਮਤਲਬ ਕਾਫੀ ਸਮੇਂ ਤੋਂ ਸਕੁਆਟ ਕਰਕੇ ਬੈਠਾ ਹੈ। ਨਾ ਸਕੁਆਟ ਦਾ ਮਤਲਬ ਕੀ ਹੁੰਦਾ ਜੀ, ਗਲੋਸਰੀ 'ਚ ਲਿਖਿਆ ਹੋਇਆ ਜੀ ਸਿਟ ਔਨ ਵਨਸ ਹੀਲਸ ਵਿਦ ਨੀਜ਼ ਡਰਾwn ਅਪ ਅੰਡਰ ਦਾ ਬੋਡੀ। ਆਪਣੇ ਗੋਡੇ ਮੋੜ ਕੇ ਐਵੇਂ ਨੀਚੇ ਕਰਕੇ ਬੈਠ ਜਾਂਦੇ ਆ ਨਾ, ਕਈ ਵਾਰੀ ਸਜ਼ਾ ਵੀ ਦੇ ਦਿੰਦੇ ਆ ਟੀਚਰ ਐਵੇਂ, ਤਾਂ ਉਹਨੂੰ ਸਕੁਆਟ ਕਰਨਾ ਕਹਿੰਦੇ ਆ। ਤੁਸੀਂ ਪੂਰੀ ਤਰ੍ਹਾਂ ਨੀਚੇ ਨਹੀਂ ਬੈਠਦੇ, ਤੁਹਾਡੀ ਹਿਪ ਉੱਪਰ ਹੁੰਦੀ ਹੈ ਤੇ ਤੁਸੀਂ ਇਸ ਤਰ੍ਹਾਂ ਕਰਕੇ ਬੈਠਦੇ ਹੋ, ਸਿਰਫ ਤੁਹਾਡੇ ਪੈਰਾਂ ਦੀ ਵਜ਼ਨ ਹੁੰਦਾ, ਨਾ ਤੁਸੀਂ ਖੜੇ ਹੁੰਦੇ ਹੋ ਨਾ ਬੈਠੇ ਹੁੰਦੇ ਹੋ। ਉਹ ਜਿਹੜੀ ਸਿਚੁਏਸ਼ਨ ਹੈ ਉਹਨੂੰ ਆਪਾਂ ਸਕੁਆਟ ਕਹਿੰਦੇ ਆ। ਇਸ ਤਰ੍ਹਾਂ ਬੈਠਾ ਜੀ ਉਹ ਪੇਮੈਂਟ ਤੇ, ਕਾਫੀ ਸਮੇਂ ਤੋਂ ਬੈਠਾ ਹੈ। ਕਾਲਿੰਗ ਫॉर ਆਰਮਸ, ਅਤੇ ਉਹ ਭੀਖ ਮੰਗ ਰਿਹਾ ਹੈ। ਕਾਲ ਫॉर ਦਾ ਮਤਲਬ ਇੱਥੇ ਬੈਗ ਦਾ ਮਤਲਬ ਹੈ ਜੀ, ਬੋਲਦਾ ਹੈ ਕਿ ਮੈਨੂੰ ਭੀਖ ਦਿਓ। ਆਰਮਸ ਦਾ ਮਤਲਬ ਵੀ ਤੁਹਾਡੇ ਬੇਟਾ ਉਹਦੇ ਦੱਸਿਆ ਹੋਇਆ ਹੈ ਗਲੋਸਰੀ 'ਚ, ਮਨੀ ਕਲੋਥਸ ਫੂਡ ਗਿਵਨ ਟੂ ਦਾ ਪੂਅਰ ਪੀਪਲ। ਜਦ ਆਪਾਂ ਦਾਨ ਦਿੰਦੇ, ਦਾਨ ਦੇਣ ਦੀ ਗੱਲ ਕਹਿੰਦਾ ਜੀ ਕਿ ਮੈਨੂੰ ਦਾਨ ਦਿਓ ਕਿਉਂਕਿ ਮੇਰੀ ਲੱਤ ਕੰਮ ਨਹੀਂ ਕਰਦੀ। ਇਨ ਦਾ ਈਵਨਿੰਗ ਸਮਵਨ ਵੁੱਡ ਕਮ ਵਿਦ ਅ ਬੈਰੋ ਐਂਡ ਟੇਕ ਹਿਮ ਅਵੇ। ਹੁਣ ਕਿਉਂਕਿ ਉਹ ਪ੍ਰੋਪਰ ਚੱਲ ਨਹੀਂ ਸਕਦਾ, ਬੈਠਾ ਹੀ ਹੈ ਕਿੰਨੀ ਦੇਰ ਤੋਂ, ਲੋਕੀ ਉਹਨੂੰ ਬੈਠੇ ਹੀ ਦੇਖਦੇ ਨੇ ਪੇਮੈਂਟ ਤੇ, ਉੱਥੇ ਬੈਠਾ ਬੈਠਾ ਭੀਖ ਮੰਗਦਾ ਉਹ। ਸ਼ਾਮ ਨੂੰ ਕੋਈ ਆਂਦਾ ਉਹਦੇ ਕੋਲੇ ਇੱਕ ਠੇਲਾ ਲੈ ਕੇ, ਬੈਰੋ ਦਾ ਮਤਲਬ ਹੁੰਦਾ ਬੇਟਾ 2 ਪਹੀਆ ਰੇੜਾ ਹੁੰਦਾ, ਉਹਦੇ ਤੇ ਆਂਦਾ ਉਹ। ਇਹ ਤੁਹਾਡੀ ਗਲੋਸਰੀ 'ਚ ਵੀ ਲਿਖਿਆ ਹੋਇਆ ਹੈ ਕਿ ਅ ਸਮਾਲ ਕਾਰਟ ਵਿਦ 2 wheels, 2 ਪਹੀਆਂ ਵਾਲਾ ਜਿਹੜਾ ਰੇੜਾ ਉਸ ਨੂੰ ਆਪਾਂ ਬੈਰੋ ਕਹਿੰਦੇ ਹਾਂ। ਤਾਂ ਇੱਕ ਬੰਦਾ ਬੈਰੋ ਤੇ ਆਂਦਾ ਤੇ ਉਸ ਨੂੰ ਟੇਕ ਹਿਮ ਅਵੇ, ਟੇਕ ਅਵੇ ਲੈ ਜਾਂਦਾ, ਕਿਉਂਕਿ ਚੱਲ ਤਾਂ ਸਕਦਾ ਨਹੀਂ, ਰੇੜੇ ਤੇ ਬਿਠਾ ਕੇ ਸ਼ਾਮ ਨੂੰ ਲੈ ਜਾਂਦਾ। ਗਣਪਤ ਬਾਰੇ ਦੱਸਿਆ ਹੋਇਆ, ਹੀ ਹੈਡ ਨੈਵਰ ਬੀਨ ਨੋਨ ਟੂ ਵਾਕ।
ਉਹਨੂੰ ਕਦੇ ਕਿਸੇ ਨੇ ਵਾਕ ਕਰਦੇ ਦੇਖਿਆ ਨਹੀਂ ਸੀ, ਬੈਠਾ ਹੀ ਸੀ, ਉਹ ਬੈਠਾ ਬੈਠਾ ਭੀਖ ਮੰਗਦਾ ਹੈ, ਘਰੇ ਵੀ ਉਹ ਠੇਲੇ ਤੇ ਬੈਠ ਕੇ ਜਾਂਦਾ। ਬਟ ਨਾਓ, ਪਰ ਹੁਣ ਔਨ ਲਰਨਿੰਗ that the bank was about to collapse, ਜਦੋਂ ਨੂੰ ਪਤਾ ਲੱਗਿਆ ਕਿ ਬੈਂਕ ਦਾ ਤਾਂ ਹੁਣ ਪੱਠਾ ਬੈਠਣ ਜਾ ਰਿਹਾ ਹੈ, about to collapse, ਗਣਪਤ astonished everyone, ਗਣਪਤ ਨੇ ਸਾਰਿਆਂ ਨੂੰ ਹੈਰਾਨ ਕਰਤਾ। ਵੀ ਐਸਟੋਨਿਸ਼ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਸਰਪ੍ਰਾਈਜ਼ ਕਰ ਦੇਣਾ, ਹੈਰਾਨ ਕਰ ਦੇਣਾ। ਕਿਵੇਂ ਹੈਰਾਨ ਕਰਿਆ? ਬਾਈ ਲੀਪਿੰਗ ਟੂ ਹਿਜ਼ ਫੀਟ, ਆਪਣੇ ਪੈਰਾਂ ਤੋਂ ਜੰਪ ਮਾਰ ਕੇ ਉੱਠਿਆ, ਲੀਪ ਟੂ ਹਿਜ਼ ਫੀਟ ਐਂਡ ਐਕਚੁਅਲੀ ਰਨਿੰਗ ਟੁਵਾਰਡਸ ਦਾ ਬੈਂਕ, ਅਤੇ ਬੈਂਕ ਵੱਲ ਅਸਲ 'ਚ ਭੱਜਣ ਲੱਗ ਗਿਆ। ਜਿਹੜਾ ਕਦੇ ਉੱਠ ਕੇ ਘਰ ਨਹੀਂ ਗਿਆ ਚੱਲ ਕੇ, ਅੱਜ ਉਹ ਭੱਜ ਰਿਹਾ, ਅੱਜ ਉਹ ਭੱਜ ਕੇ ਬੈਂਕ ਵੱਲ ਨੂੰ ਜਾ ਰਿਹਾ ਹੈ। ਇਟ ਸੂਨ ਬਿਕੇਮ ਨੋਨ, ਹੁਣ ਪਤਾ ਲੱਗਿਆ ਵੀ ਅਜੇ ਭੱਜਣ ਕਦੋਂ ਲੱਗ ਗਿਆ। ਵੀ ਜਲਦੀ ਪਤਾ ਲੱਗ ਗਿਆ that he had well over 1000 rupees in savings, ਕਿ ਉਹਨੇ ਬੈਂਕ ਦੇ ਵਿੱਚ ਆਪਣੀ ਸੇਵਿੰਗ ਦੇ ਵਿੱਚ 1000 ਰੁਪਏ ਤੋਂ ਜ਼ਿਆਦਾ ਰੱਖੇ ਹੋਏ ਆ ਪੈਸੇ। ਹੁਣ ਉਹਨੂੰ ਖਦਸ਼ਾ ਪੈ ਗਿਆ ਵੀ ਮੇਰੇ ਤਾਂ ਪੈਸੇ ਮੁੰਨੇ ਨਹੀਂ, ਬੈਂਕ ਦਾ ਤਾਂ ਪੱਠਾ ਬੈਠਣ ਜਾ ਰਿਹਾ, ਹੁਣ ਉਹ ਭੱਜ ਰਿਹਾ ਬੈਂਕ ਗੰਨੀ ਨੂੰ। ਇਹ ਵੀ ਕੁਐਸਚਨ ਆ ਜਾਂਦਾ ਬੇਟਾ ਵੀ ਗਣਪਤ ਦੇ ਬੈਂਕ 'ਚ ਪੈਸੇ ਕਿੰਨੇ ਰੱਖੇ ਹੋਏ? ਤਾਂ ਓਵਰ 1000 ਰੁਪੀਜ਼, 1000 ਰੁਪਏ ਤੋਂ ਉਸਨੇ ਜ਼ਿਆਦਾ ਪੈਸੇ ਬੈਂਕ 'ਚ ਰੱਖਿਆ ਹੋਇਆ। ਤੇ ਦੇਖੋ ਰੁਪੀਜ਼ ਲਿਖਿਆ ਹੋਇਆ ਹੈ ਨਾ, ਇੱਥੋਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇੰਡੀਅਨ ਸਟੋਰੀ ਹੈ। ਸਟੂਡੈਂਟਸ, ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦਾ ਬਹੁਤ ਸਾਰਾ ਸਿਲੇਬਸ ਆਲਰੇਡੀ ਕਵਰ ਕਰ ਲਿਆ ਹੈ। ਸਾਡੀ ਪਹਿਲੀ ਬੁੱਕ ਹੈ ਜੀ ਡੀਅਰ ਟੂ ਆਲ ਦਾ ਮਿਊਜ਼ਿਸ, ਜਿਸ ਵਿੱਚ ਬਹੁਤ ਸਾਰੇ ਐਸੇਜ਼ ਨੇ, ਜਿਨ੍ਹਾਂ ਦੇ ਵਿੱਚੋਂ ਅਸੀਂ ਆਲਮੋਸਟ ਸਾਰੇ ਐਸੇ ਕਵਰ ਕਰ ਲਏ ਨੇ। ਜਿਵੇਂ ਕਿ ਸਾਡਾ ਪਹਿਲਾ ਐਸੇ ਹੈ ਜੀ ਦ ਵਾਰੀਅਰ ਅਗੇਂਸਟ ਵੀਡਸ, ਸੈਕਿੰਡ ਐਸੇ ਅ ਮੋਸਟ ਫੋਰਗਿਵਿੰਗ ਏਪ, ਥਰਡ ਅ ਯੰਗ ਟਰਕਿਸ਼ ਕੈਟਾਸਟ੍ਰਫੀ, fourth a tiny century, fifth Mano Majra, sixth Jamaican fragment, seventh the heritage of India, eighth gold in the north, ninth my greatest Olympic prize, 10th the green revolution, 11th the snob, ਅਤੇ 12ਵਾਂ ਐਸੇ most dear to all the muses। ਅਸੀਂ ਇਹ ਸਾਰੇ ਐਸੇ ਕਵਰ ਕਰ ਲਏ ਨੇ। ਸਾਡੀ ਦੂਸਰੀ ਬੁੱਕ ਹੈ ਜੀ ਦ ਲਿਟਰੇਰੀ ਪੈਟਲਸ, ਜਿਸ ਵਿੱਚ ਬਹੁਤ ਸਾਰੀਆਂ ਸਟੋਰੀਜ਼ ਅਤੇ ਪੋਇਮਸ ਨੇ। ਇਹਨਾਂ ਦੇ ਵਿੱਚੋਂ ਵੀ ਅਸੀਂ ਕਾਫੀ ਸਾਰੇ ਚੈਪਟਰਸ ਆਲਰੇਡੀ ਪੜ੍ਹ ਲਏ ਨੇ। ਸਾਡੀ ਪਹਿਲੀ ਸਟੋਰੀ ਹੈ ਜੀ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਸੈਕਿੰਡ ਹੈ ਜੀ ਦ ਗੈਂਬਲਿੰਗ ਮੈਚ, ਥਰਡ ਸਟੋਰੀ ਹੈ ਦ ਇਟਰਨਲ ਵਾਈ, ਫੋਰਥ ਸਟੋਰੀ ਹੈ ਆਫਟਰ 20 ਇਅਰਸ, ਅਤੇ ਫਿਫਥ ਸਟੋਰੀ ਹੈ ਜੀ ਅਟੈਕਡ ਬਾਈ ਪਿਟਬੁਲਸ। ਇਹ ਸਾਰੀਆਂ ਸਟੋਰੀਜ਼ ਅਸੀਂ ਆਲਰੇਡੀ ਕਵਰ ਕਰ ਲਈਆਂ ਨੇ। ਸਾਡੀ 6ਵੀਂ ਸਟੋਰੀ ਹੈ ਜੀ ਦ ਬॉय ਹੂ ਬ੍ਰੋਕ ਦਾ ਬੈਂਕ, ਜਿਸ ਦੀ ਕਿ ਅਸੀਂ ਸਟੱਡੀ ਕੰਟੀਨਿਊ ਕੀਤੀ ਹੋਈ ਹੈ। ਇਸੇ ਬੁੱਕ ਦੇ ਵਿੱਚ ਮੌਜੂਦ ਕਾਫੀ ਸਾਰੀਆਂ ਪੋਇਮਸ ਅਸੀਂ ਪੜ੍ਹ ਲਈਆਂ ਨੇ, ਜਿਵੇਂ ਕਿ ਸਾਡੀ ਪਹਿਲੀ ਪੋਇਮ ਬਾਰਡਰ ਗਾਰਡਸ, ਸੈਕਿੰਡ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਥਰਡ ਦ ਕੁਆਲਿਟੀ ਆਫ ਮਰਸੀ, ਫੋਰਥ ਦ ਫੈਂਸੀ ਡਰੈਸ ਸ਼ੋ, ਫਿਫਥ ਦ ਸੌਂਗ ਆਫ ਇੰਡੀਆ, ਅਤੇ ਸਿਕਸਥ ਪੋਇਮ ਦ ਟਰੀ ਫੈਲ ਡਾਊਨ। ਅਸੀਂ ਇਹਨਾਂ ਸਾਰੇ ਪੋਇਮਸ ਦੀ ਰੀਡਿੰਗ ਕਰ ਲਈ ਹੈ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਤੇ ਬਣਿਆ ਹੋਇਆ ਲਿੰਕ ਸ਼ੇਅਰ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਾਡਾ 10th ਹੈ ਜੀ ਪੈਰਾਗ੍ਰਾਫ chaotic situation। now chaotic is written in your glossary। ਤਾਂ chaotic ਲਿਖਿਆ ਹੈ ਜੀ in a disorganized state, ਜਦੋਂ ਰੋਲਾ ਰੱਪਾ ਜਿਹਾ ਪਿਆ ਹੁੰਦਾ ਹੈ ਜੀ, ਚਾਰੇ ਪਾਸੇ ਅਫਰਾ ਤਫਰੀ ਮਚੀ ਹੁੰਦੀ ਹੈ, ਉਸ ਨੂੰ ਆਪਾਂ chaotic situation ਕਹਿੰਦੇ ਆ। chaotic ਸ਼ਬਦ ਹੈ ਨਾ ਜਿਹੜਾ, ਇਹ chaos ਤੋਂ ਬਣਿਆ, CHAOS, ਇਹਨੂੰ ਹੀ ਅਫਰਾ ਤਫਰੀ ਕਹਿੰਦੇ ਆ। ਐਕਚੁਅਲੀ chaos is a noun, ਤੇ ਜਿਹੜਾ chaotic ਹੈ ਇਹ ਐਡਜੈਕਟਿਵ ਹੈ। ਇਸ ਨੂੰ ਆਪਾਂ in a state of chaos ਲਿਖ ਸਕਦੇ ਹਾਂ chaotic ਨੂੰ, ਕਿ ਜਦੋਂ chaos ਦੀ ਸਿਚੁਏਸ਼ਨ ਹੁੰਦੀ ਹੈ ਉਸ ਸਮੇਂ ਅਸੀਂ ਉਸ ਨੂੰ ਕੀ ਕਹਿੰਦੇ ਆ ਜੀ, chaotic। ਅਫਰਾ ਤਫਰੀ ਮਚ ਗਈ ਜੀ ਕਿਉਂਕਿ ਚਾਰੇ ਪਾਸੇ ਹੁਣ ਖਬਰ ਫੈਲ ਗਈ। men stood in groups at street corners, ਜਿਹੜੇ ਲੋਕ ਹੈ, ਆਦਮੀ ਹੈ, ਉਹ ਗਲੀਆਂ ਦੇ ਕੋਨਿਆਂ ਤੇ ਗਰੁੱਪ ਬਣਾ ਕੇ ਖੜ ਗਏ, ਡਿਸਕਸਿੰਗ ਦਾ ਸਿਚੁਏਸ਼ਨ। ਤਾਂ ਕੀ ਡਿਸਕਸ ਕਰ ਰਹੇ ਸੀ? ਜਿਹੜੀ ਹੁਣ ਉੱਥੇ ਹਾਲਾਤ ਬਣੇ ਹੋਏ ਨੇ, ਬੈਂਕ ਦਾ ਤਾਂ ਪੱਠਾ ਬੈਠ ਗਿਆ, ਵੀ ਆਪਣੇ ਤਾਂ ਪੈਸੇ ਨੇ ਜੀ, ਵਿੱਚ ਕੀ ਬਣੂਗਾ। some speculated on the reasons for the crash, ਹੁਣ ਕੁਛ ਅੰਦਾਜ਼ੇ ਲਾ ਰਹੇ ਨੇ। speculate ਵੀ ਤੁਹਾਡੀ ਗਲੋਸਰੀ 'ਚ ਹੈ ਜੀ, ਇਹਦਾ ਮਤਲਬ ਹੈ guess, form an opinion without definite evidence। speculate ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਅੰਦਾਜ਼ੇ ਲਾਉਂਦੇ ਹਾਂ, ਗੈਸ ਵਰਕ ਕਰਦੇ ਹਾਂ, ਹਾਲਾਂਕਿ ਸਾਡੇ ਕੋਲੇ ਕੋਈ ਪੁਖਤਾ ਸਬੂਤ ਨਹੀਂ ਹੁੰਦੇ ਉਸ ਸਿਚੁਏਸ਼ਨ ਦੇ ਲਈ। ਹੁਣ ਇਹ ਸਾਰੇ ਅੰਦਾਜ਼ੇ ਲਾ ਰਹੇ ਨੇ ਜੀ। ਹੁਣ ਇਹ ਜਿਹੜਾ ਕ੍ਰੈਸ਼ ਹੋਇਆ, ਕ੍ਰੈਸ਼ ਦਾ ਮਤਲਬ ਆਹੀ ਜਿਹੜਾ ਬੈਂਕ ਦਾ ਪੱਠਾ ਬੈਠਿਆ। putting it all down to Seth Govindram's pleasure loving ways, ਹੁਣ ਇਹ ਸਾਰੀ ਗੱਲ ਦਾ ਠਿਕਰਾ ਕਿਹਦੇ ਸਿਰ ਤੇ ਮੜਿਆ ਜਾ ਰਿਹਾ ਹੈ ਜੀ? ਸੇਠ ਗੋਵਿੰਦਰਾਮ ਤੇ ਇਸ ਗੱਲ ਦਾ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ pleasure loving ways ਹੈ ਉਸਦੇ। pleasure loving ways ਦਾ ਮਤਲਬ ਹੈ ਜੀ ਜਿਹੜਾ ਬੰਦਾ ਐਸ਼ੋਰਾਮ ਦੀ ਜ਼ਿੰਦਗੀ ਬਿਤਾਉਂਦਾ। pleasure ways ਦਾ ਮਤਲਬ ਤਰੀਕੇ, ਕਿਉਂਕਿ ਉਹਨੇ ਆਪਣੀ ਐਸ਼ੋਰਾਮ ਦੀ ਜ਼ਿੰਦਗੀ ਇਖਤਿਆਰ ਕਰੀ ਹੋਈ ਹੈ, ਇਹਦੇ ਚੱਕਰ 'ਚ ਸਾਰੇ ਬੈਂਕ ਦਾ ਪੱਠਾ ਬਿਠਾਤਾ। ਹੁਣ ਇੱਥੇ ਇੱਕ ਬੇਟਾ
idiom ਆਇਆ ਹੈ put something down to something, ਇੱਥੇ ਹੈ putting it all down to ਸੇਠ ਗੋਬਿੰਦ ਰਾਮ। ਹੁਣ ਇੱਥੇ ਸਮਥਿੰਗ ਪਹਿਲੇ ਵਾਲਾ ਕੀ ਹੈ ਜੀ, ਜਿਹੜਾ ਬੈਂਕ ਦਾ ਭੱਠਾ ਬੈਠਿਆ ਬੁਰਾ ਹਾਲ ਹੋਇਆ। ਲਾਸਟ ਵਾਲੇ ਸਮਥਿੰਗ ਚ ਕੌਣ ਯੂਜ਼ ਕੀਤਾ ਗਿਆ, ਸੇਠ ਗੋਬਿੰਦ ਰਾਮ। ਤਾਂ ਪੁੱਟ ਇਟ ਡਾਊਨ ਟੂ ਸੇਠ ਗੋਬਿੰਦ ਰਾਮ ਦਾ ਮਤਲਬ ਹੈ ਵੀ ਸੇਠ ਗੋਬਿੰਦ ਰਾਮ ਨੂੰ ਇਸ ਸਾਰੀ ਪ੍ਰੋਬਲਮ ਦਾ ਕੇਂਦਰ ਮੰਨਿਆ ਗਿਆ, ਵੀ ਉਹ ਹੈ ਜੀ ਇਹਦਾ ਸਾਰਾ ਕਾਰਨ ਜਿਹਦੇ ਪਿੱਛੇ ਬੈਂਕ ਐਡੀ ਮਾੜੀ ਸਟੇਟ ਚ ਪਹੁੰਚ ਗਿਆ। ਦਾ ਸੇਠ ਹੈਡ ਫਲੈਡ ਦਾ ਸਟੇਟ ਸੈਡ ਵਨ, ਇੱਕ ਨੇ ਕਿਹਾ ਜੀ ਕਿ ਸੇਠ ਛੱਡ ਕੇ ਭੱਜ ਗਿਆ। ਇੱਥੇ ਸਟੇਟ ਦਾ ਮਤਲਬ ਰਾਜ ਕਹਿ ਲੋ ਜਾਂ ਜਗ੍ਹਾ ਕਹਿ ਲੋ, ਜੋ ਹੈ ਫਲੀ ਫਲੈਡ ਵਰਬ ਦੀਆਂ ਫਾਰਮਸ ਹੁੰਦੀਆਂ, ਭੱਜ ਗਿਆ ਜੀ ਉਹ, ਅਸੀਂ ਪਹਿਲਾਂ ਵੀ ਦੇਖਿਆ ਇਹ। he had fled the country said another, ਪਹਿਲਾ ਬੰਦਾ ਕਹਿ ਰਿਹਾ ਹੈ ਸੇਠ ਰਾਜ ਛੱਡ ਕੇ ਭੱਜ ਗਿਆ, ਦੂਜਾ ਕਹਿ ਰਿਹਾ ਨਹੀਂ ਦੇਸ਼ ਛੱਡ ਕੇ ਭੱਜ ਗਿਆ। others insisted that he was hiding somewhere in the town, ਕੁਝ ਇਹ ਵੀ ਕਹਿ ਰਹੇ ਸੀ, insist ਦਾ ਮਤਲਬ ਜ਼ੋਰ ਲਾ ਕੇ ਕਹਿ ਰਹੇ ਸੀ ਕਿ ਉਹ ਸ਼ਹਿਰ 'ਚ ਛੁਪਿਆ ਹੋਇਆ ਕਿਤੇ, ਹਾਈਡ ਛੁਪਣਾ, ਹਾਈਡ ਤੋਂ ਇੱਥੇ ਈ ਕੱਟ ਕੇ ing ਲਾਤੀ। and there was a rumor that he had hanged himself from the tamarind tree, ਅਤੇ ਇੱਕ ਅਫਵਾਹ ਵੀ ਫੈਲੀ ਹੋਈ ਸੀ। ਇੱਥੇ ਰਿਊਮਰ ਸ਼ਬਦ ਹੈ ਜੀ, ਰਿਊਮਰ ਤੁਹਾਡੀ ਗਲੋਸਰੀ ਚ ਵੀ ਹੈ, ਇਨਫੋਰਮੇਸ਼ਨ ਸਪਰੈਡ ਅਬਾਊਟ ਬਾਈ ਬੀਇੰਗ ਟਾਕਡ ਅਬਾਊਟ। ਜਦੋਂ ਕੋਈ ਅਫਵਾਹ ਫੈਲ ਜਾਂਦੀ ਹੈ ਜੀ, ਕੋਈ ਇੱਕ ਗੱਲ ਚਾਰੇ ਪਾਸੇ ਫੈਲ ਜਾਂਦੀ ਹੈ, ਉਹ ਝੂਠੀ ਹੋਵੇ ਸੱਚੀ ਹੋਵੇ, ਤਾਂ ਅਸੀਂ ਉਸ ਨੂੰ ਰਿਊਮਰ ਕਹਿੰਦੇ ਹਾਂ, ਪੰਜਾਬੀ ਚ ਆਪਾਂ ਇਸ ਨੂੰ ਅਫਵਾਹ ਕਹਿੰਦੇ ਹਾਂ। ਤਾਂ ਹੁਣ ਇੱਕ ਅਫਵਾਹ ਵੀ ਫੈਲੀ ਹੋਈ ਸੀ, ਉਹਨੇ ਫਾਹਾ ਲੈ ਲਿਆ, ਹੈਂਗ ਦਾ ਮਤਲਬ ਫਾਹਾ ਲੈਣਾ, ਕਿੱਥੋਂ, ਟੈਮਰਿੰਡ ਟਰੀ ਤੋਂ, ਇਮਲੀ ਦੇ ਦਰਖਤ ਤੋਂ। ਯਾਦ ਹੈ ਟੈਮਰਿੰਡ ਟਰੀ ਕਿਹੜਾ ਹੈ, ਜਿੱਥੇ ਦੋ ਸਹੇਲੀਆਂ ਮਿਲੀਆਂ ਸੀ, ਮਿਸਿਸ ਭੂਸ਼ਣ ਤੇ ਮਿਸਿਸ ਪ੍ਰਕਾਸ਼, ਸ਼ਾਇਦ ਉਹੀ ਟੈਮਰਿੰਡ ਟਰੀ ਹੈ, ਹੋ ਸਕਦਾ ਕੋਈ ਹੋਰ ਹੋਵੇ, ਲੇਕਿਨ ਟੈਮਰਿੰਡ ਟਰੀ ਤੋਂ ਉਹਨੇ ਫਾਹਾ ਲੈ ਲਿਆ। ਹਾਲਾਂਕਿ ਡੈਡ ਬੋਡੀ ਉਹਦੀ ਮਿਲੀ ਨਹੀਂ, ਪਰ ਲੋਕਾਂ ਨੇ ਗੱਲਾਂ ਬਣਾ ਲਈਆਂ ਸੀ। ਹਾਂਜੀ, 11th ਪੈਰਾਗ੍ਰਾਫ, someone with a relative working as a clerk in the bank decided to phone him, ਹੁਣ ਉਹਨਾਂ ਪਰਸਨਸ ਦੇ ਵਿੱਚੋਂ ਜਿਹੜੇ ਉਹਨੇ ਅਫਵਾਹਾਂ ਫੈਲਾ ਰਹੇ ਆ, ਗੱਲਾਂ ਕਰ ਰਹੇ ਆ, ਉਹਨਾਂ ਚੋਂ ਇੱਕ ਬੰਦਾ someone, ਉਹਦਾ ਕੋਈ ਰਿਸ਼ਤੇਦਾਰ ਹੈ ਜੀ, ਰਿਲੇਟਿਵ, ਉਹ ਕਲਰਕ ਹੈ ਜੀ, ਕਲਰਕ ਦੇ ਤੌਰ ਤੇ ਕੰਮ ਕਰ ਰਿਹਾ ਹੈ ਇਸੇ ਬੈਂਕ ਦੇ ਵਿੱਚ। ਤਾਂ ਉਸ ਬੰਦੇ ਨੇ ਸੋਚਿਆ, ਨਿਸ਼ਚਾ ਕੀਤਾ ਕਿ ਚਲੋ ਮੈਂ ਉਹਨੂੰ ਫੋਨ ਕਰਕੇ ਪੁੱਛਦਾ, ਕੋਈ ਸਿਆਣਾ ਬੰਦਾ ਸੀ। ਤਾਂ ਹੁਣ ਉਹਦਾ ਆਨਸਰ ਕੀ ਦੇ ਰਿਹਾ ਹੈ ਉਹ ਕਲਰਕ, ਆਈ ਡੂ ਨਾਟ ਨੋ ਐਨੀਥਿੰਗ ਅਬਾਊਟ ਇਟ, ਕਹਿੰਦੇ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ, ਵੀ ਬੈਂਕ ਦਾ ਭੱਠਾ ਬੈਠ ਗਿਆ, ਸੇਠ ਭੱਜ ਗਿਆ, ਵੀ ਮੈਨੂੰ ਕੁਝ ਨਹੀਂ ਪਤਾ। ਸੈਡ ਦਾ ਕਲਰਕ ਨੇ ਕਿਹਾ, ਐਕਸੈਪਟ ਦੈਟ ਹਾਫ ਦਾ ਟਾਊਨ ਇਜ਼ ਹੇਅਰ, ਇੱਕ ਗੱਲ ਜ਼ਰੂਰ ਪਤਾ ਹੈ, ਐਕਸੈਪਟ ਦਾ ਮਤਲਬ ਇਸ ਤੋਂ ਛੁੱਟ ਇੱਕ ਗੱਲ ਮੈਨੂੰ ਪਤਾ ਹੈ ਕਿ ਅੱਧਾ ਸ਼ਹਿਰ ਇੱਥੇ ਇਕੱਠਾ ਹੋਇਆ, ਹਾਫ ਦਾ ਟਾਊਨ, ਟ੍ਰਾਈਂਗ ਟੂ ਟੇਕ ਆਊਟ देयर ਮਨੀ, ਆਪਣਾ ਪੈਸਾ ਕਢਵਾਉਣ ਦੀ ਕੋਸ਼ਿਸ਼ ਕਰ ਰਹੇ ਹੈ, ਟ੍ਰਾਈਂਗ ਕੋਸ਼ਿਸ਼ ਕਰ ਰਹੇ ਹੈ ਸਾਰੇ ਬੰਦੇ ਕਿ ਉਹ ਬੈਂਕ 'ਚੋਂ ਪੈਸਾ ਕਢਾ ਲੈਣ। ਹੁਣ ਇੱਥੇ ਇੱਕ ਫਰੇਜ਼ਲ ਵਰਬ ਆਈ ਹੈ ਬੇਟਾ, ਟੇਕ ਆਊਟ ਮਨੀ। ਸਪੋਜ਼ ਕਰੋ ਕਿ ਤੁਸੀਂ ਬੈਂਕ 'ਚ ਪੈਸਾ ਜਮ੍ਹਾਂ ਕਰਾਇਆ ਹੋਇਆ, ਜੇ ਤੁਸੀਂ ਉਹ ਪੈਸਾ ਬੈਂਕ 'ਚੋਂ ਕਢਾਉਣਾ ਹੋਵੇ ਤਾਂ ਤੁਸੀਂ ਇਹ ਵਾਲੇ ਫਰੇਜ਼ ਯੂਜ਼ ਕਰੋਗੇ, ਟੇਕ ਆਊਟ ਮਨੀ। ਆਈ ਹੈਵ ਟੇਕਨ ਆਊਟ 5000 ਰੁਪੀਜ਼ ਫਰੋਮ ਦਾ ਬੈਂਕ। ਤਾਂ ਟੇਕ ਆਊਟ ਇਸ ਤਰੀਕੇ ਨਾਲ ਮਨੀ ਦੇ ਨਾਲ ਯੂਜ਼ ਕੀਤਾ ਜਾਂਦਾ। ਇਹ ਜਿਹੜੇ ਗਰੁੱਪ ਆਫ ਵਰਡਸ ਹੈ ਨਾ, ਫਰੇਜ਼ ਹੈ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ। ਬੈਂਕ 'ਚੋਂ ਪੈਸਾ ਕਢਾਉਣ ਦੇ ਲਈ ਤੁਹਾਨੂੰ ਇਹ ਫਰੇਜ਼ ਯੂਜ਼ ਕਰਨੇ ਪੈਣਗੇ। ਜੇ ਕੁਝ ਹੋਰ ਯੂਜ਼ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਮਤਲਬ ਉਹ ਸਹੀ ਇੰਗਲਿਸ਼ ਨਹੀਂ ਹੈ। ਆਪਣੇ ਪੈਸਾ ਕਢਾਉਣਾ ਹੈ ਬੈਂਕ 'ਚੋਂ, ਵੀ ਵਿਲ ਯੂਜ਼ ਟੇਕ ਆਊਟ ਮਨੀ ਫਰੋਮ ਦਾ ਬੈਂਕ, ਇਹਨੂੰ ਕਹਿੰਦੇ। ਤਾਂ ਇਹਨਾਂ ਨੂੰ ਧਿਆਨ 'ਚ ਰੱਖਿਆ। ਐਵਰੀਵਨ ਸੀਮਸ ਟੂ ਹੈਵ ਗੋਨ ਮੈਡ, ਕਹਿੰਦੇ ਐਂ ਲੱਗਦਾ ਵੀ ਹਰ ਬੰਦਾ ਪਾਗਲ ਹੋ ਗਿਆ। ਸੀਮ ਜਾਪਦਾ ਹੈ, ਟੂ ਹੈਵ ਗੋਨ ਮੈਡ, ਗੋ ਮੈਡ ਇਹ ਕਈ ਵਾਰੀ ਆਉਂਦਾ ਤੁਹਾਨੂੰ ਤੁਹਾਡੀ ਸਟੋਰੀਜ਼ ਦੇ ਵਿੱਚ, ਐਸੇਜ਼ ਦੇ ਵਿੱਚ ਇਹ ਵਰਡ ਕਈ ਵਾਰੀ ਆਇਆ। ਗੋ ਮੈਡ ਦਾ ਮਤਲਬ ਹੁੰਦਾ ਪਾਗਲ ਹੋ ਜਾਣਾ। ਇੱਥੇ ਗੋਨ ਮੈਡ ਲਿਖਿਆ ਬਿਕੋਜ਼ ਹੈਵ ਲੱਗਿਆ ਅੱਗੇ, ਥਰਡ ਫਾਰਮ ਲਾ ਕੇ ਉਹੀ ਫਰੇਜ਼ ਯੂਜ਼ ਕੀਤਾ ਗਿਆ। 12th paragraph, by the afternoon the bank had done through all its ready money, ਦੁਪਹਿਰ ਤੱਕ by the afternoon ਬੈਂਕ ਦਾ ਸਾਰਾ ਰੈਡੀ ਮਨੀ ਖਤਮ ਹੋ ਗਿਆ ਸੀ। ਇੱਥੇ ਦੋ ਚੀਜ਼ਾਂ ਦੇ ਵੱਲ ਧਿਆਨ ਦਿਓ, ਇੱਕ ਤਾਂ ਹੈ done through, ਦੂਜਾ ਹੈ ਰੈਡੀ ਮਨੀ। ਰੈਡੀ ਮਨੀ ਦਾ ਆਨਸਰ ਨੀਚੇ ਦਿੱਤਾ ਹੋਇਆ ਬਿਕੋਜ਼ ਇਟੈਲਿਕਸ ਪਾਇਆ ਹੋਇਆ। ਰੈਡੀ ਮਨੀ ਦਾ ਮਤਲਬ ਹੈ ਜੀ ਕੈਸ਼ kept as reserve for day to day transaction। ਬੈਂਕ ਕੀ ਕਰਦਾ ਹੈ, ਕੁਝ ਪੈਸਾ ਕੈਸ਼ ਰੱਖਦਾ ਆਪਣੇ ਹੱਥ 'ਚ। ਬੈਂਕ ਕੋਲੇ ਕੈਸ਼ ਪਿਆ ਹੁੰਦਾ, ਤੁਹਾਡੇ ਪਿੰਡ ਵਾਲੇ ਬੈਂਕ 'ਚ ਵੀ ਕੈਸ਼ ਹੁੰਦਾ। ਉਹ ਕੈਸ਼ ਕਾਹਦੇ ਲਈ ਰੱਖਿਆ ਜਾਂਦਾ, ਵੀ ਤਾਂ ਕਿ ਲੋਕ ਆ ਕੇ ਪੈਸੇ ਉਹ ਕਢਾ ਸਕਣ। ਰੋਜ਼ਮਰਾ ਦਾ ਜਿਹੜਾ ਕੈਸ਼ ਉਹ ਰੱਖਦਾ ਆਪਣੇ ਹੱਥ 'ਚ, ਉਹਨੂੰ ਰੈਡੀ ਮਨੀ ਕਿਹਾ ਹੈ। ਦੂਸਰਾ ਹੈ ਜੀ ਡਨ ਥਰੂ। ਡੂ ਥਰੂ ਦਾ ਮਤਲਬ ਹੁੰਦਾ ਜਦੋਂ ਖਤਮ ਹੋ ਜਾਂਦੀ ਹੈ ਕੋਈ ਚੀਜ਼, ਉਹਨੂੰ ਕਿਹਾ ਜਾਂਦਾ। ਤਾਂ ਸਾਰਾ ਪੈਸਾ ਖਤਮ ਹੋ ਗਿਆ ਬੈਂਕ ਕੋਲੇ, ਕਿਉਂਕਿ ਲੋਕੀ ਕਢਾ ਕੇ ਜਾਈ ਜਾ ਰਹੇ ਨੇ, ਜਮਾ ਦਾ ਕੋਈ ਕਰਾਣਾ ਨਹੀਂ ਰਿਹਾ। ਐਂਡ ਦਾ ਹੈਰਿਸਡ ਮੈਨੇਜਰ ਵਾਜ਼ ਹੈਲਪਲੈਸ, ਜਿਹੜਾ ਮੈਨੇਜਰ ਹੈ ਉਹ ਇੱਕ ਤਾਂ ਹੈਰਿਸਡ ਹੈ। ਹੈਰਿਸ ਦਾ ਮਤਲਬ ਹੁੰਦਾ ਬੇਟਾ ਜਿਹੜਾ ਥੱਕ ਜਵੇ, ਟਾਇਰਡ ਕਹਿ ਸਕਦੇ ਹੋ, ਜਾਂ ਫਿਰ ਤੁਸੀਂ ਇਸ ਨੂੰ ਵਰੀਡ, ਜਿਹਨੂੰ ਚਿੰਤਾ ਲੱਗੀ ਹੋਵੇ, ਇਹ ਵੀ ਕਹਿ ਸਕਦੇ ਹੋ। ਵੈਸੇ ਤੁਹਾਡੇ ਇਹ ਗਲੋਸਰੀ 'ਚ ਵੀ ਹੈਗਾ। ਹੈਰਿਸ ਦਾ ਮਤਲਬ ਹੈ ਟਰਬਲਡ ਐਂਡ ਅਨੋਇਡ, ਜਦੋਂ ਬੰਦਾ ਦੁਖੀ ਹੁੰਦਾ ਹੈ ਤੇ ਖਿਜਿਆ ਜਾ ਹੁੰਦਾ ਹੈ, ਉਹਨੂੰ ਵੀ ਆਪਾਂ ਹੈਰਿਸਡ ਕਹਿੰਦੇ ਹਾਂ। ਇੱਕ ਤਾਂ ਮੈਨੇਜਰ ਵਿਚਾਰਾ ਦੁਖੀ ਹੋ ਗਿਆ, ਦੂਜਾ ਹੈਲਪਲੈਸ, ਲਾਚਾਰ ਹੈ, ਕੁਝ ਕਰ ਨਹੀਂ ਸਕਦਾ। ਲੋਕਾਂ ਦਾ ਪੈਸਾ ਲੋਕੀ ਜਾ ਸਕਦੇ ਲੈ ਕੇ, ਬੈਂਕ ਦਾ ਪੈਸਾ ਵੀ ਖਤਮ ਹੋ ਗਿਆ। ਐਮਰਜੈਂਸੀ ਫੰਡਸ ਕੁਡ ਓਨਲੀ ਬੀ ਓਬਟੇਨਡ ਫਰੋਮ ਵਨ ਆਫ ਦਾ ਗਵਰਨਮੈਂਟ ਬੈਂਕਸ। ਹੁਣ ਕਈ ਵਾਰੀ ਕੀ ਹੁੰਦਾ, ਜਦੋਂ ਬੈਂਕ ਦਾ ਪੈਸਾ ਖਤਮ ਹੋ ਜਾਵੇ,
ਹੋਰ ਪੈਸਾ ਚਾਹੀਦਾ ਹੋਵੇ ਬੈਂਕ ਨੂੰ ਤਾਂ ਫਿਰ ਉਸ ਫੰਡ ਨੂੰ ਐਮਰਜੈਂਸੀ ਫੰਡ ਕਹਿੰਦੇ ਆ। ਲੇਕਿਨ ਉਹ ਐਮਰਜੈਂਸੀ ਫੰਡ ਪ੍ਰਾਈਵੇਟ ਬੈਂਕ ਕੋਲ ਨਹੀਂ ਹੁੰਦੇ। ਯਾਦ ਕਰੋ, ਪੀਪਲ ਨਗਰ ਬੈਂਕ ਹੈ। ਇਸ ਬੈਂਕ ਦਾ ਨਾਮ ਕੀ ਹੈ? ਪੀਪਲ ਨਗਰ ਬੈਂਕ। ਇਹ ਕੋਈ ਸਟੇਟ ਬੈਂਕ ਆਫ ਇੰਡੀਆ ਦਾ ਹੈ ਨਹੀਂ, ਸਰਕਾਰੀ ਬੈਂਕ ਦਾ ਹੈ ਨਹੀਂ, ਇਟਸ ਅ ਪ੍ਰਾਈਵੇਟ ਬੈਂਕ। ਤਾਂ ਜਿਹੜੇ ਪ੍ਰਾਈਵੇਟ ਬੈਂਕਾਂ ਦਾ ਐਮਰਜੈਂਸੀ ਫੰਡ ਹੁੰਦਾ ਹੈ ਉਹ ਕਿੱਥੋਂ ਮਿਲਦਾ ਜੀ? ਉਹਨਾਂ ਨੂੰ ਸਿਰਫ ਤੇ ਸਿਰਫ ਸਰਕਾਰੀ ਬੈਂਕਾਂ 'ਚ। obtain ਦਾ ਮਤਲਬ ਪ੍ਰਾਪਤ ਕੀਤਾ ਜਾਣਾ। ਐਮਰਜੈਂਸੀ ਫੰਡ ਤਾਂ ਹੁਣ ਸਿਰਫ ਸਰਕਾਰੀ ਬੈਂਕ ਹੀ ਦੇ ਸਕਦੇ ਆ ਇਸ ਬੈਂਕ ਨੂੰ। anyhow it was nearly closing time, ਬੈਂਕ ਦੇ ਬੰਦ ਹੋਣ ਦਾ ਸਮਾਂ ਆ ਗਿਆ ਸੀ, closing time। the clerks shut down their counters, ਕਲਰਕਾਂ ਨੇ ਆਪਣੇ ਕਾਊਂਟਰ ਬੰਦ ਕਰਤੇ। ਸ਼ਟ ਡਾਊਨ ਬੰਦ ਕਰ ਦੇਣਾ, ਜਿਵੇਂ ਆਪਾਂ ਦੁਕਾਨ ਵੀ ਸ਼ਟ ਡਾਊਨ ਕਰ ਦਿੰਦੇ ਆ। ਉਹਨਾਂ ਨੇ ਜੀ ਕਾਊਂਟਰ ਬੰਦ ਕਰਤੇ ਕਿਉਂਕਿ ਟਾਈਮ ਹੋ ਗਿਆ ਬੈਂਕ ਦਾ। ਬਟ the people outside were shouting, ਪਰ ਜਿਹੜੇ ਬਾਹਰ ਲੋਕ ਹੈ ਉਹ ਤਾਂ ਹਜੇ ਵੀ ਰੋਲਾ ਰੱਪਾ ਪਾ ਰਹੇ, ਚੀਕਾਂ ਮਾਰ ਰਹੇ ਨੇ। ਉਹਨੂੰ ਕੀ ਕਹਿ ਰਹੇ ਨੇ? we want our money, ਸਾਨੂੰ ਸਾਡਾ ਪੈਸਾ ਚਾਹੀਦਾ ਹੈ। give it to us today, ਸਾਨੂੰ ਇਹ ਅੱਜ ਹੀ ਦਿਓ। ਔਰ ਵੀ ਵਿਲ ਬ੍ਰੇਕ ਇਨ, ਨਹੀਂ ਤਾਂ ਅਸੀਂ ਅੰਦਰ ਵੜਾਂਗੇ। ਇੱਥੇ ਬ੍ਰੇਕ ਇਨ ਇੱਕ ਫਰੇਜ਼ਲ ਵਰਬ ਹੈ ਜੀ। ਵੈਸੇ ਬ੍ਰੇਕ ਦਾ ਮਤਲਬ ਕੀ ਹੁੰਦਾ ਹੈ? ਤੋੜਨਾ। ਕਿਸੇ ਚੀਜ਼ ਨੂੰ ਤੋੜਨ ਨੂੰ ਬ੍ਰੇਕ ਕਹਿੰਦੇ ਆਪਾਂ, ਬ੍ਰੇਕ, ਬ੍ਰੋਕ, ਬ੍ਰੋਕਨ। ਲੇਕਿਨ ਦੇਖੋ ਖੂਬਸੂਰਤੀ, ਜੇ ਬ੍ਰੇਕ ਦੇ ਪਿੱਛੇ ਇਨ ਪ੍ਰੈਪੋਜੀਸ਼ਨ ਲੱਗ ਜਾਏ ਮਤਲਬ ਬਿਲਕੁਲ ਹੀ ਚੇਂਜ ਹੋ ਜਾ। ਇਹਦਾ ਮਤਲਬ ਹੁੰਦਾ ਜੀ ਧੱਕੇ ਨਾਲ ਅੰਦਰ ਵੜਨਾ। ਇਹਨੂੰ ਅਸੀਂ ਇੰਗਲਿਸ਼ ਕਹਾਂਗੇ ਟੂ ਐਂਟਰ ਅ ਬਿਲਡਿੰਗ ਬਾਈ ਫੋਰਸ। ਤੁਸੀਂ ਧਿਆਨ ਦਿੱਤਾ ਹੋਣਾ ਕਿ ਬ੍ਰੇਕ ਇਨ ਦਾ ਮਤਲਬ ਇੱਕਦਮ ਹੀ ਚੇਂਜ ਹੋ ਗਿਆ। ਫਰੇਜ਼ਲ ਵਰਬ ਹੈ ਇਹ। ਕਹਿੰਦੇ ਨਹੀਂ ਅਸੀਂ ਅੰਦਰ ਵੜਾਂਗੇ, ਨਹੀਂ ਸਾਨੂੰ ਪੈਸੇ ਦਿਓ। fetch said ਗੋਬਿੰਦ ਰਾਮ, ਗੋਬਿੰਦ ਰਾਮ ਨੂੰ ਲੈ ਕੇ ਆਓ। said ਗੋਬਿੰਦ ਰਾਮ ਨੂੰ ਫੜ ਕੇ ਲੈ ਕੇ ਆਓ। we know he is hiding in the vaults, ਸਾਨੂੰ ਪਤਾ ਹੈ ਕਹਿੰਦੇ ਉਹ vault ਦੇ ਵਿੱਚ ਛੁਪਿਆ ਹੋਇਆ। vault ਕੀ ਕਹਿੰਦੇ ਆ ਜੀ? ਤਿਜੋਰੀ ਨੂੰ ਕਹਿ ਸਕਦੇ ਆ। ਬੈਂਕ 'ਚ ਬਹੁਤ ਵੱਡੀ ਤਿਜੋਰੀ ਹੁੰਦੀ ਹੈ, ਬੰਦਾ ਵੀ ਵੜ ਜਾਂਦਾ ਉਹਦੇ 'ਚ, ਐਡੀ ਤਿਜੋਰੀ ਹੁੰਦੀ ਹੈ। ਲੋਹੇ ਦੀ vault ਹੁੰਦੀ ਆ, ਉਹ ਬਹੁਤ ਵੱਡਾ ਸਾਰਾ, ਉਹਦੇ ਬਾਹਰ ਦਰਵਾਜ਼ਾ ਲੱਗਿਆ ਹੁੰਦਾ, ਉਹਦਾ ਲੋਕ ਐਡਾ ਘੈਂਟ ਹੁੰਦਾ ਹੈ ਕਿ ਉਸ ਨੂੰ ਕੋਈ ਤੋੜ ਨਹੀਂ ਸਕਦਾ। ਕਈ ਵਾਰੀ ਤਾਂ ਉਹਨੂੰ ਵੱਢਣਾ ਹੀ ਪੈਂਦਾ ਹੈ। ਤਾਂ vault ਦਾ ਮਤਲਬ ਤੁਹਾਡੀ ਗਲੋਸਰੀ 'ਚ ਵੀ ਲਿਖਿਆ ਹੋਇਆ ਜੀ, cellar or underground room used for storage things। ਅੰਡਰਗਰਾਉਂਡ ਰੂਮ ਹੈ ਜੀ। ਆਮ ਤੌਰ ਤੇ ਅੰਡਰਗਰਾਉਂਡ ਰੂਮ ਹੁੰਦਾ ਉਹ ਧਰਤੀ ਦੇ ਨੀਚੇ, ਜਿਹਨੂੰ ਆਪਾਂ ਕਹਿ ਦਿੰਦੇ ਆ ਨੀਚੇ ਨੂੰ ਬਣਾਇਆ ਹੁੰਦਾ ਤੇ ਉੱਥੇ ਚੀਜ਼ਾਂ ਸਟੋਰ ਕੀਤੀਆਂ ਜਾਂਦੀਆਂ। ਬੇਸਿਕਲੀ ਤਾਂ ਪੈਸਾ ਤੇ ਸੋਨਾ, ਇਹ ਚੀਜ਼ ਉੱਥੇ ਸਟੋਰ ਕੀਤੀ ਜਾਂਦੀ ਹੈ। ਤਾਂ ਹੁਣ ਲੋਕ ਕੀ ਕਹਿ ਰਹੇ ਨੇ ਕਿ ਸੇਠ ਗੋਬਿੰਦ ਰਾਮ ਕਿੱਥੇ ਪੜਿਆ ਬੈਠਾ ਹੈ? vault ਦੇ ਵਿੱਚ ਪੜਿਆ ਬੈਠਾ ਹੈ, ਉਹਨੂੰ ਫੜ ਕੇ ਲੈ ਕੇ ਆਓ। ਪਤਾ ਪੁਤਾ ਕੁਝ ਨਹੀਂ ਕਿਸੇ ਨੂੰ, ਸਾਰੇ ਅੰਦਾਜ਼ੇ ਲਾ ਰਹੇ ਨੇ। the manager came to the door and declared that the bank had plenty of money। ਹੁਣ ਮੈਨੇਜਰ ਦਰਵਾਜ਼ੇ ਤੇ ਆਂਦਾ ਹੈ, ਬੈਂਕ ਤਾਂ ਬੰਦ ਹੋ ਗਿਆ, ਅਤੇ ਉਹ ਇਹ ਘੋਸ਼ਣਾ ਕਰਦਾ ਹੈ, ਡਿਕਲੇਅਰ ਕਰਦਾ ਹੈ ਕਿ ਬੈਂਕ ਕੋਲੇ ਕਾਫੀ ਸਾਰਾ ਪੈਸਾ ਹੈ। plenty of ਦਾ ਮਤਲਬ ਕਾਫੀ ਸਾਰਾ ਪੈਸਾ ਹੈ। that they could withdraw all they wanted the following morning, ਅਤੇ ਉਹ ਅਗਲੀ ਸਵੇਰ, the following morning ਮਤਲਬ ਅਗਲੀ ਸਵੇਰ, ਕੱਲ ਨੂੰ ਉਹ ਸਾਰਾ ਪੈਸਾ ਕਢਾ ਸਕਦੇ ਨੇ। withdraw ਦਾ ਮਤਲਬ ਕਢਾਣਾ। we want it now, chanted the people, ਸਾਨੂੰ ਤਾਂ ਹੁਣ ਹੀ ਚਾਹੀਦਾ, ਲੋਕ ਕਹਿੰਦੇ। chanted the people, ਇੱਥੇ chant ਦਾ ਮਤਲਬ ਵੈਸੇ ਸਿੰਘ ਹੁੰਦਾ ਹੈ। ਜਦੋਂ ਕੋਈ ਆਪਾਂ ਗਾਣਾ ਵਗੈਰਾ ਗਾਣੇ ਆ ਤਾਂ ਉਹਨੂੰ ਕਹਿੰਦੇ ਨੇ, ਕਿਉਂਕਿ ਉਹ ਲੈ ਜੀ ਚਗਾ ਰਹੇ ਨੇ, ਨਾਓ 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 ਐਂ ਕਹਿ ਰਹੇ ਨੇ ਸਾਰੇ ਜਣੇ, ਹੁਣੇ ਹੁਣੇ ਹੁਣੇ, ਇੱਥੇ ਰੱਖ ਇੱਥੇ ਰੱਖ ਇੱਥੇ ਰੱਖ, ਜਿਵੇਂ ਆਪਾਂ ਕਹਿ ਦਿੰਦੇ ਆ। ਉਹ ਕਿਉਂਕਿ ਸਾਰੇ ਜਣੇ ਐਂ ਲੱਗੇ ਹੋਏ ਕਰਨ ਤਾਂ ਇੱਥੇ ਫਿਰ ਰਸਕਿਨ ਬੌਂਡ ਨੇ ਸ਼ਾਊਟਡ ਦੀ ਥਾਂ ਤੇ ਕਿਹੜਾ ਵਰਡ ਲਾਤਾ? chanted, ਕਿਉਂਕਿ ਸਾਰੇ ਬੰਦੇ ਹੀ ਇੱਕੋ ਸੁਰ ਚ ਗਾ ਰਹੇ ਨੇ, ਨਾਓ ਨਾਓ ਨਾਓ, ਇਸੇ ਕਰਕੇ ਸੁਰ ਵਾਲੀ ਗੱਲ ਲਾਤੀ ਰਸਕਿਨ ਬੌਂਡ ਨੇ। chanted ਤੁਹਾਡੀ ਗਲੋਸਰੀ ਚ ਵੀ ਹੈ, ਉੱਥੇ ਲਿਖਿਆ ਹੋਇਆ ਜੀ ਸਿੰਘ। ਸਟੂਡੈਂਟ, ਸਾਡੇ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਵਿੱਚ ਸਾਨੂੰ ਪਲੇਜ਼ ਅਤੇ ਨੋਵਲ ਦੇ ਵਿੱਚ ਆਪਸ਼ਨ ਹੈ। ਤਾਂ ਅਸੀਂ ਆਲਰੇਡੀ ਪ੍ਰਾਈਡ ਐਂਡ ਪ੍ਰੈਜੁਡਿਸ ਨੋਵਲ ਸਟਾਰਟ ਕੀਤਾ ਹੋਇਆ ਹੈ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਆਲਰੇਡੀ ਇਸ ਦੇ ਪਹਿਲੇ 5 ਚੈਪਟਰਸ ਦੀ ਸਟੱਡੀ ਤੁਹਾਨੂੰ ਕਰਵਾ ਚੁੱਕਿਆ ਹਾਂ। ਨੋਵਲ ਦੀ ਸਟੋਰੀ ਦੀ ਸਟੱਡੀ ਕਰਦੇ ਹੋਏ ਬਹੁਤ ਸਾਰੇ ਫਰੇਜ਼ਿਸ, ਇਡੀਅਮਸ ਅਤੇ ਡਿਫਿਕਲਟ ਵਰਡਸ ਆਏ ਨੇ ਬੱਚਿਓ। ਉਹਨਾਂ ਦੇ ਮੀਨਿੰਗ ਮੈਂ ਤੁਹਾਨੂੰ ਨਾਲ ਦੀ ਨਾਲ ਸਿੰਪਲ ਇੰਗਲਿਸ਼ ਦੇ ਵਿੱਚ ਤਾਂ ਲਿਖੇ ਹੀ ਹਨ, ਅਤੇ ਨਾਲ ਹੀ ਉਹਨਾਂ ਨੂੰ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੈ। ਇਸ ਦੌਰਾਨ ਨਾਵਲ ਦੇ ਵਿੱਚ ਕੁਝ ਮੇਜਰ ਇਨਸੀਡੈਂਟਸ ਆਏ ਨੇ, ਉਹਨਾਂ ਇਨਸੀਡੈਂਟ ਤੇ ਬਣੇ ਹੋਏ ਮੈਂ ਤੁਹਾਨੂੰ ਐਸੇ ਟਾਈਪ ਕੁਐਸਚਨਸ ਵੀ ਸਮਝਾਏ ਨੇ। ਅਤੇ ਇਸੇ ਤਰ੍ਹਾਂ ਨਾਵਲ ਦੇ ਵਿੱਚ ਆਏ ਜਿਹੜੇ ਸਾਡੇ ਮੇਨ ਕਰੈਕਟਰਸ ਨੇ, ਜਿਵੇਂ ਕਿ ਐਲਿਜ਼ਾਬੈਥ ਬੈਨਟ ਦਾ ਕਰੈਕਟਰ ਸਕੈਚ ਆਇਆ ਹੈ, ਉਸ ਦਾ ਕਰੈਕਟਰ ਸਕੈਚ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚਿਓ ਸਮਝਾਇਆ ਹੈ। ਇਸੇ ਤਰ੍ਹਾਂ ਨਾਵਲ ਦੇ ਇੱਕ ਹੋਰ ਮਹੱਤਵਪੂਰਨ ਪਾਤਰ ਮਿਸਟਰ ਡਾਰਸੀ ਦਾ ਕਰੈਕਟਰ ਸਕੈਚ ਵੀ ਅਸੀਂ ਬੜੇ ਹੀ ਵਧੀਆ ਤਰੀਕੇ ਨਾਲ ਪੜ੍ਹਿਆ ਹੈ। ਉਮੀਦ ਹੈ ਸਟੂਡੈਂਟਸ ਤੁਸੀਂ ਇਹ ਸਾਰੇ ਵੀਡੀਓਜ਼ ਵੀ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਨਾਵਲ ਦੀ ਸੀਰੀਜ਼ ਦਾ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਨਾਵਲ ਤੇ ਬਣੀ ਹੋਈ ਪਲੇਲਿਸਟ ਦਾ ਲਿੰਕ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਨਾਵਲ ਦੇ ਮੇਰੇ ਦੁਆਰਾ ਬਣਾਏ ਹੋਏ ਸਾਰੇ ਵੀਡੀਓਜ਼ ਦੇਖ ਸਕਦੇ। 14th ਪੈਰਾਗ੍ਰਾਫ, a few stones were thrown। ਹੁਣ ਜੀ ਪੱਥਰ ਚੱਕ ਲਏ ਲੋਕਾਂ ਨੇ, a few ਡਿਟਰਮੀਨਰ ਲੱਗਿਆ ਨਾ, ਪੋਜ਼ਿਟਿਵ ਚ ਹੈ। ਕੁਝ ਪੱਥਰ ਚੱਕੇ ਗਏ ਜੀ, ਉਹਨਾਂ ਨੂੰ ਸੱਟਿਆ ਗਿਆ, thrown, and the manager retreated indoors।
ਕਿਉਂਕਿ ਮੈਨੇਜਰ ਬਾਹਰ ਆਇਆ ਹੋਇਆ ਸੀਗਾ, ਉਹਨਾਂ ਨੂੰ ਕਹਿਣ ਹੁਣ ਉਹ ਅੰਦਰ ਭੱਜ ਗਿਆ। ਰੀਟਰੀਟ ਦਾ ਮਤਲਬ ਹੁੰਦਾ ਹੈ ਜਦ ਆਪਾਂ ਪਿੱਛੇ ਹਟ ਜਾਂਦੇ ਹਾਂ। ਤੁਹਾਡੀ ਗਲੋਸਰੀ 'ਚ ਵੀ ਲਿਖਿਆ ਹੋਇਆ ਹੈ ਵਿਦਡਰਾ ਵੈਨ ਫੇਸਡ ਵਿਦ ਡੇਂਜਰ ਔਰ ਡਿਫਿਕਲਟੀ। ਜਦੋਂ ਕਿਸੇ ਬੰਦੇ ਨੂੰ ਡਰ ਲੱਗਦਾ ਹੈ, ਔਖੇ ਹਾਲਾਤ ਹੁੰਦੇ ਨੇ, ਤਾਂ ਉਸ ਸਮੇਂ ਜਦੋਂ ਆਪਾਂ ਪਿੱਛੇ ਹਟਦੇ ਹਾਂ ਉਹਨੂੰ ਆਪਾਂ ਰੀਟਰੀਟ ਕਹਿੰਦੇ ਆ। ਇੰਡੋਰ ਦਾ ਮਤਲਬ ਅੰਦਰ ਵੜ ਗਿਆ ਜੀ ਉਹ। ਤੇ ਉਹਨੇ ਕੀ ਕਰਿਆ, ਕਲੋਜ਼ਿੰਗ ਦਾ ਆਇਰਨ ਗ੍ਰਿਲ ਗੇਟ। ਤੁਹਾਨੂੰ ਪਤਾ ਬੇਟਾ ਗ੍ਰਿਲਾਂ ਵਾਲਾ ਗੇਟ ਹੁੰਦਾ ਜਿਹਦੇ ਲੋਹੇ ਵਾਲੀਆਂ ਛੜਾਂ ਲੱਗੀਆਂ ਹੁੰਦੀਆਂ, ਬੜੇ ਮੋਟੇ-ਮੋਟੇ ਬੈਂਕਾਂ ਦੇ ਵਿੱਚ ਹੁੰਦੇ ਆ ਇਹ। ਤਾਂ ਉਹਨੇ ਉਹ ਜਿਹੜਾ ਗੇਟ ਲਾ ਲਿਆ। ਇੱਥੇ ਤੁਹਾਡੀ ਗਲੋਸਰੀ 'ਚ ਵੀ ਗ੍ਰਿਲ ਮਤਲਬ ਲਿਖਿਆ ਹੋਇਆ। ਪ੍ਰੋਟੈਕਟਿਵ ਸਕਰੀਨਸ ਆਫ ਮੈਟਲ ਬਾਰਸ। ਮੈਟਲ ਬਾਰ ਉਹੀ ਜੀ ਲੋਹੇ ਦੀਆਂ ਛੜਾਂ ਵਾਲੇ ਜਿਹੜੇ ਗੇਟ ਹੁੰਦੇ ਨੇ, ਵੱਡੇ ਵੱਡੇ ਕਾਫੀ ਮੋਟੇ ਹੁੰਦੇ ਨੇ, ਜਿਨ੍ਹਾਂ ਨੂੰ ਤੋੜਨਾ ਸੌਖਾ ਨਹੀਂ ਹੁੰਦਾ, ਤਾਂ ਉਸ ਨੂੰ ਅਸੀਂ ਗ੍ਰਿਲ ਕਹਿੰਦੇ ਹਾਂ। ਅ ਬ੍ਰਿਕ ਹਰਟਲਡ ਥਰੂ ਦਾ 에ਅਰ ਐਂਡ ਸਮੈਸ਼ਡ ਇਨਟੂ ਦਾ ਪਲੇਟ ਗਲਾਸ ਵਿੰਡੋ ਐਡਵਰਟਾਈਜ਼ਿੰਗ ਦਾ ਬੈਂਕਸ ਐਸੈਟ। ਤਾਂ ਕੀ ਹੁੰਦਾ ਜੀ, ਜਦੋਂ ਉਹ ਦਰਵਾਜ਼ਾ ਲਾ ਲੈਂਦਾ ਮੈਨੇਜਰ, ਤਾਂ ਇੱਕ ਇੱਟ, ਬ੍ਰਿਕ ਦਾ ਮਤਲਬ ਹੁੰਦਾ ਜੀ ਇੱਟ, ਹਰਟਲ ਥਰੂ। ਨਾ ਹਰਟਲ ਥਰੂ ਇਜ਼ ਅ ਫਰੇਜ਼ਲ ਵਰਬ। ਇਹ ਤੁਹਾਡੀ ਗਲੋਸਰੀ 'ਚ ਵੀ ਹੈ ਕਿ ਮੂਵ ਵਾਇਲੈਂਟਲੀ ਇਨ ਅ ਸਪੈਸੀਫਿਕ ਡਾਇਰੈਕਸ਼ਨ। ਜਦੋਂ ਕਿਸੇ ਖਾਸ ਡਾਇਰੈਕਸ਼ਨ ਦੇ ਵਿੱਚ ਕੋਈ ਚੀਜ਼ ਬਹੁਤ ਹੀ ਡੇਂਜਰਸ ਤਰੀਕੇ ਦੇ ਨਾਲ ਆ ਰਹੀ ਹੋਵੇ, ਉਹਨੂੰ ਆਪਾਂ ਹਰਟਲ ਥਰੂ ਕਹਿੰਦੇ ਆ। ਇੱਥੇ ਕਿਹੜੀ ਚੀਜ਼ ਇੰਨੀ ਖਤਰਨਾਕ ਤਰੀਕੇ ਨਾਲ ਆ ਰਹੀ ਹੈ, ਇੱਟ। ਬ੍ਰਿਕ ਦੇ ਲਈ ਹਰਟਲ ਥਰੂ ਪਾਇਆ ਹੋਇਆ ਹੈ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹਰਟਲ ਥਰੂ ਨੂੰ ਕੀ ਲਿਖ ਸਕਦੇ ਹਾਂ, ਟੂ ਮੂਵ ਰੈਪਿਡਲੀ। ਬਹੁਤ ਹੀ ਤੇਜ਼ੀ ਨਾਲ ਇੱਕ ਇੱਟ ਉਧਰ ਨੂੰ ਜਾਂਦੀ ਹੈ ਤੇ ਕੀ ਕਰਦੀ ਹੈ, ਸਮੈਸ਼ਡ ਇਨਟੂ ਦਾ ਪਲੇਟ ਗਲਾਸ ਵਿੰਡੋ। ਸਮੈਸ਼ ਦਾ ਮਤਲਬ ਵਿੱਚ ਵੱਜਦੀ ਹੈ ਜਾ ਕੇ, ਕਿਹਦੇ, ਪਲੇਟ ਗਲਾਸ ਵਿੰਡੋ। ਇੱਕ ਤਾਂ ਗਲਾਸ ਤਾਂ ਤੁਸੀਂ ਸਾਰੇ ਜਾਣਦੇ ਹੋ, ਸ਼ੀਸ਼ੇ ਨੂੰ ਕਿਹਾ ਜਾਂਦਾ ਹੈ। ਪਲੇਟ ਗਲਾਸ ਕੀ ਹੈ, ਪਲੇਟ ਗਲਾਸ ਤੁਹਾਡੇ ਲਈ ਹੋ ਸਕਦਾ ਨਵਾਂ ਵਰਡ ਹੋਵੇ। ਪਲੇਟ ਗਲਾਸ ਇੱਕ ਤਰ੍ਹਾਂ ਦਾ ਬੇਟਾ ਕਾਫੀ ਮੋਟਾ ਸ਼ੀਸ਼ਾ ਹੁੰਦਾ ਹੈ, ਉਹਦੀ ਕੁਆਲਿਟੀ ਕਾਫੀ ਸੁਪੀਰੀਅਰ ਹੁੰਦੀ ਹੈ। ਇਹਨੂੰ ਆਪਾਂ ਲਿਖਾਂਗੇ ਥਿਕ ਫਾਈਨ ਕੁਆਲਿਟੀ ਗਲਾਸ। ਬੈਂਕ ਦੀ ਇੱਕ ਵਿੰਡੋ ਦਾ ਸ਼ੀਸ਼ਾ ਬਹੁਤ ਹੀ ਮੋਟਾ ਤੇ ਵਧੀਆ ਕੁਆਲਿਟੀ ਦਾ ਹੈ, ਲੇਕਿਨ ਇੱਕ ਇੱਟ ਆ ਕੇ ਉੱਤੇ ਵੱਜਦੀ ਹੈ, ਉਹਨੂੰ ਸਮੈਸ਼ ਕਰ ਦਿੰਦੀ ਹੈ, ਤੋੜ ਦਿੰਦੀ ਹੈ। ਅਤੇ ਉਸ ਪਲੇਟ ਗਲਾਸ ਦੇ ਉੱਪਰ ਕੁਝ ਲਿਖਿਆ ਹੋਇਆ ਹੈ, ਐਡਵਰਟਾਈਜ਼ਮੈਂਟ ਹੈ, ਐਡਵਰਟਾਈਜ਼ਿੰਗ, ਇੱਕ ਮਸ਼ਹੂਰੀ ਲਿਖੀ ਹੋਈ ਹੈ। ਉਹ ਕਾਦੀ ਮਸ਼ਹੂਰੀ ਹੈ ਜੀ, ਬੈਂਕਸ ਐਸੈਟਸ, ਬੈਂਕ ਦੇ ਐਸੈਟਸ ਦੀ। ਨੋ ਐਸੈਟ ਦਾ ਮਤਲਬ ਕੀ ਹੁੰਦਾ ਹੈ, ਐਸੈਟ ਵੀ ਤੁਹਾਡੀ ਗਲੋਸਰੀ 'ਚ ਹੈ। ਐਸੈਟ ਦਾ ਮਤਲਬ ਲਿਖਿਆ ਹੈ ਵੈਲਿਊਏਬਲ ਔਰ ਯੂਜ਼ਫੁਲ ਕੁਆਲਿਟੀ ਔਰ ਸਕਿੱਲ। ਇੱਥੋਂ ਇਹਦਾ ਮਤਲਬ ਇੰਨਾ ਕਲੀਅਰ ਨਹੀਂ ਹੁੰਦਾ, ਮੈਂ ਸਮਝਾ ਦਿੰਦਾ। ਬੇਸਿਕਲੀ ਬੇਟਾ ਬੈਂਕ 'ਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਹੁੰਦੇ ਨੇ ਐਸੈਟ, ਇੱਕ ਹੁੰਦੀਆਂ ਲਾਇਬਿਲਿਟੀਜ਼, ਦੇਣਦਾਰੀਆਂ ਲੈਣਦਾਰੀਆਂ। ਬੈਂਕ ਕੋਲੇ ਇਹ ਦੋ ਚੀਜ਼ਾਂ ਨੇ, ਉਹ ਤੀਜੀ ਕੋਈ ਚੀਜ਼ ਨਹੀਂ ਹੈ। ਪੰਜਾਬੀ 'ਚ ਆਪਾਂ ਉਹਨੂੰ ਕਹਿ ਦਿੰਦੇ ਹਾਂ ਲਾਇਬਿਲਿਟੀ ਹੁੰਦੀ ਹੈ ਦੇਣਦਾਰੀ, ਐਸੈਟ ਹੁੰਦੇ ਆ ਲੈਣਦਾਰੀ। ਤਾਂ ਬੈਂਕ ਨੇ ਜਿਨ੍ਹਾਂ ਤੋਂ ਪੈਸਾ ਲੈਣਾ ਹੁੰਦਾ ਹੈ, ਉਹਨਾਂ ਦੀ ਬੈਂਕ ਐਡਵਰਟਾਈਜ਼ਮੈਂਟ ਕਰਕੇ ਰੱਖਦਾ ਹੈ, ਤਾਂ ਉਸ ਨੂੰ ਆਪਾਂ ਐਸੈਟ ਕਹਿੰਦੇ ਹਾਂ। ਹੁਣ ਇਹਦੇ 'ਚ ਕੀ ਚੀਜ਼ ਆ ਸਕਦੀ ਹੈ, ਲੈਣਦਾਰੀਆਂ 'ਚ ਲੋਨ ਆ ਸਕਦੇ ਨੇ। ਕਿਸੇ ਬੰਦੇ ਨੇ ਲੋਨ ਲੈ ਰੱਖਿਆ ਤਾਂ ਬੈਂਕ ਦੀ ਉਹਦੇ ਕਿੰਨੀ ਕੀ ਹੋਗੀ, ਲੈਣਦਾਰੀ ਹੋਗੀ, ਐਸੈਟ ਹੋ ਗਿਆ ਉਹ। ਲੋਨ ਆ ਸਕਦਾ ਹੈ, ਸਿਕਿਉਰਿਟੀਜ਼ ਆ ਸਕਦੀਆਂ, ਐਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਲੋਨ, ਸਿਕਿਉਰਿਟੀਜ਼, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਐਸੈਟ। ਕਿਉਂਕਿ ਬੈਂਕ ਨੇ ਇਹਨਾਂ ਤੋਂ ਪੈਸੇ ਲੈਣੇ ਨੇ, ਤਾਂ ਜਿਨ੍ਹਾਂ ਤੋਂ ਪੈਸੇ ਲੈਣੇ ਹੁੰਦੇ ਆ ਬੈਂਕ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਐਸੈਟ। ਜਦੋਂ ਬੈਂਕ ਨੇ ਪੈਸੇ ਖੁਦ ਦੇਣੇ ਹੋਣ, ਉਹ ਲਾਇਬਿਲਿਟੀ ਹੋ ਗਈਆਂ, ਦੇਣਦਾਰੀਆਂ ਹੋ ਗਈਆਂ। ਬੈਂਕ ਦੇ ਜਿਹੜੇ ਐਸੈਟ ਸੀਗੇ, ਉਹਨਾਂ ਦੀ ਇੱਕ ਮਸ਼ਹੂਰੀ ਜੀ ਲਾਈ ਹੋਈ ਸੀ, ਉਸ ਵਿੰਡੋ ਤੇ ਜਾ ਕੇ ਉਹ ਇੱਟ ਵੱਜਦੀ ਆ, ਉਹਨੂੰ ਤੋੜ ਦਿੰਦੀ। 15 ਪੈਰਾ, ਦੈਨ ਦਾ ਪੁਲਿਸ ਅਰਾਈਵਡ। ਹੁਣ ਜਦੋਂ ਇੱਟਾਂ ਚੱਲ ਪਈਆਂ ਤਾਂ ਫਿਰ ਪੁਲਿਸ ਨੇ ਤਾਂ ਆਣਾ ਹੀ ਹੈ, ਤਾਂ ਪੁਲਿਸ ਆ ਜਾਂਦੀ ਹੈ ਜੀ। ਦੇ ਕਲਾਈਮਡ ਦਾ ਸਟੈਪਸ ਆਫ ਦਾ ਬੈਂਕ। ਤੁਹਾਨੂੰ ਪਤਾ ਹੈ ਬੈਂਕ ਦੇ ਬਾਹਰ ਸਟੈਪਸ ਨੇ, ਯਾਦ ਕਰੋ ਬਿਲਕੁਲ ਸ਼ੁਰੂਆਤ ਦੇ ਵਿੱਚ ਇਸੇ ਸਟੈਪਸ ਨੂੰ ਸਾਫ਼ ਕਰ ਰਿਹਾ ਹੁੰਦਾ ਹੈ ਕੌਣ, ਨੱਥੂ। ਤਾਂ ਉਹ ਸਟੈਪਸ ਚੜ੍ਹਦੀ ਹੈ ਜੀ, ਕਲਾਈਮ ਦਾ ਸਟੈਪਸ ਆਫ ਦਾ ਬੈਂਕ ਐਂਡ ਯੂਜ਼ਿੰਗ देयर ਲਾਠੀਜ਼, ਅਤੇ ਆਪਣੇ ਲਾਠੀਆਂ ਦੀ ਮਦਦ ਨਾਲ, ਲਾਠੀਆਂ ਨੂੰ ਯੂਜ਼ ਕਰਦੇ ਹੋਏ, ਪੁਸ਼ ਦੈਟ ਕਰਾਊਡ ਬੈਕ। ਤਾਂ ਜਿਹੜਾ ਕਰਾਊਡ, ਭੀੜ ਬੈਂਕ ਵੱਲ ਵੱਧ ਰਹੀ ਸੀ, ਗੇਟ ਤੋੜਨ, ਦਰਵਾਜ਼ੇ ਤੋੜਨ, ਉਹਨਾਂ ਨੂੰ ਪੁਸ਼ ਬੈਕ, ਪਿੱਛੇ ਧੱਕ ਦਿੰਦੀ ਹੈ। ਕਰਾਊਡ ਦਾ ਮਤਲਬ ਭੀੜ। ਗ੍ਰੈਜੂਅਲੀ, ਹੌਲੀ ਹੌਲੀ, ਐਵਰੀਵਨ ਡਿਸਪਰਸਡ, ਹਰ ਕੋਈ ਉੱਥੋਂ ਖਿਸਕ ਜਾਂਦਾ ਹੈ। ਨਾ ਡਿਸਪਰਸ ਦਾ ਮਤਲਬ ਹੁੰਦਾ ਬੇਟਾ ਟੂ ਸੈਪਰੇਟ, ਇਹ ਵੱਖ ਹੋ ਜਾਂਦਾ ਹੈ ਜੀ, ਇੱਕ ਦੂਜੇ ਤੋਂ ਚਲੇ ਜਾਂਦੇ। ਜਦੋਂ ਲਾਠੀਆਂ ਚੱਲ ਪਈਆਂ, ਉਹ ਲਾਠੀਆਂ ਥੋੜੀ ਖਾਣੀਆਂ ਨੇ। ਸ਼ਾਊਟਿੰਗ ਦੈਟ ਦੇ ਵੁੱਡ ਬੀ ਬੈਕ ਇਨ ਦਾ ਮਾਰਨਿੰਗ, ਪਰ ਉਹ ਇਹ ਕਹਿੰਦੇ ਹੋਏ ਚਲੇ ਜਾਂਦੇ ਨੇ, ਚੀਕਾਂ ਮਾਰਦੇ ਕਿ ਕੋਈ ਨਾ ਕੱਲ ਨੂੰ ਆਵਾਂਗੇ ਅਸੀਂ। ਪੁਲਿਸ ਨੂੰ ਵੀ ਕਹਿ ਜਾਂਦੇ ਆ, ਦੇ ਵੁੱਡ ਬੀ ਬੈਕ ਇਨ ਦਾ ਮਾਰਨਿੰਗ। 16 ਪੈਰਾ, ਨੱਥੂ ਅਰਾਈਵਡ ਅਰਲੀ ਦਾ ਨੈਕਸਟ ਡੇ ਟੂ ਸਵੀਪ ਦਾ ਸਟੈਪਸ ਆਫ ਦਾ ਬੈਂਕ। ਨੱਥੂ ਤਾਂ ਦੇਖੋ ਕੰਮ ਤੇ ਲੱਗਿਆ ਹੋਇਆ ਬੈਂਕ ਤੇ, ਨੱਥੂ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ, ਕਿਉਂਕਿ ਨੱਥੂ ਨੇ ਤਾਂ ਆਪਣਾ ਕੰਮ ਕਰਿਆ ਸਵੇਰੇ ਤੇ ਚਲਾ ਗਿਆ। ਉਹਨੇ ਸਿਰਫ ਕਿਹਦੇ ਨਾਲ ਗੱਲ ਕਰੀ ਸੀਗੀ, ਸੀਤਾਰਾਮ ਨਾਲ, ਤੇ ਉਹਨੇ ਜਸਟ ਐਨੇ ਹੀ ਕਿਹਾ ਸੀ ਬੈਂਕ ਨੇ ਮੈਨੂੰ ਇਸ ਵਾਰੀ ਪੇ ਅਜੇ ਤੱਕ ਨਹੀਂ ਦਿੱਤੀ। ਉਹਨੇ ਇਹ ਨਹੀਂ ਸੀ ਕਿਹਾ ਕਿ ਬੈਂਕ ਮੈਨੂੰ ਪੇ ਨਹੀਂ ਦੇਣ ਜਾ ਰਿਹਾ, ਉਹਨੇ ਕਿਹਾ ਸੀ ਬੈਂਕ ਨੇ ਮੈਨੂੰ ਅਜੇ ਤੱਕ ਪੇ ਨਹੀਂ ਦਿੱਤੀ। ਜਸਟ ਇੰਨਾ ਕਹਿ ਕੇ ਗਿਆ ਸੀ। ਉਹਦੀ ਇਹ ਗੱਲ ਦਾ ਦੇਖ ਲਓ ਕੀ ਬਣ ਗਿਆ, ਇੱਟਾਂ ਚੱਲ ਪਈਆਂ, ਰੋੜੇ ਚੱਲ ਪਏ, ਪੁਲਿਸ ਆ ਗਈ, ਲੇਕਿਨ ਨੱਥੂ ਨੂੰ ਕੁਝ ਨਹੀਂ ਪਤਾ, ਕਿਉਂਕਿ ਉਹ ਤਾਂ ਚਲਾ ਗਿਆ ਸੀ, ਆਪਣਾ ਘਰੇ ਚਲਾ ਗਿਆ ਸੀ, ਉਹਨੂੰ ਕੁਝ ਨਹੀਂ ਪਤਾ, ਉਹਦਾ ਕਿਹੜਾ ਇੱਥੇ ਬੈਂਕ ਅਕਾਊਂਟ ਹੈ, ਤਾਂ ਉਹਦਾ ਕੁਝ ਨਹੀਂ ਪਤਾ ਇਹਦੇ ਬਾਰੇ। ਤਾਂ ਨੱਥੂ ਅਗਲੇ ਦਿਨ ਆਂਦਾ ਹੈ ਜੀ, ਅਰਾਈਵਡ ਅਰਲੀ ਦਾ ਨੈਕਸਟ ਡੇ, ਕਾਹਦੇ ਲਈ, ਸਵੀਪ ਕਰਨ ਦੇ ਲਈ, ਸਫਾਈ ਕਰਨ ਦੇ ਲਈ, ਬੈਂਕ ਦੇ ਸਟੈਪਸ ਦੀ, ਬੈਂਕ ਦੇ ਸਟੈਪਸ ਦੀ ਸਫਾਈ ਕਰਨ ਲਈ ਆਂਦਾ।
He saw the refuse and the broken glass and the stones cluttering up the steps. ਤਾਂ ਉਹ ਕੀ ਦੇਖਦਾ ਹੈ ਜੀ ਕਿ refuse ਪਿਆ ਨਾ, refuse is also included in your glossary. refuse ਦਾ ਮਤਲਬ ਹੈ ਜੀ rubbish, waste or worthless material. Basically ਜਿਹੜਾ ਬੇਕਾਰ ਜਾਂ ਮਟੀਰੀਅਲ ਜਿਸ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ ਉਹਨੂੰ ਆਪਾਂ refuse ਕਹਿੰਦੇ ਆ। ਤਾਂ ਜਿਹੜੀ ਵੇਸਟੇਜ ਆ ਉਹ ਦੇਖਦਾ ਹੈ ਜੀ, ਇੱਕ ਤਾਂ ਉਹ ਵੇਸਟੇਜ ਦੇਖਦਾ ਹੈ, ਰਿਫਿਊਜ਼ ਦੇਖਦਾ ਹੈ, ਦੂਜਾ ਉਹ ਬ੍ਰੋਕਨ ਗਲਾਸ, ਵਿੰਡੋ ਦਾ ਜਿਹੜਾ ਗਲਾਸ ਟੁੱਟਿਆ ਹੁੰਦਾ ਹੈ ਉਹੀ ਪਲੇਟ ਗਲਾਸ, ਤਾਂ ਉਹ ਟੁੱਟਿਆ ਹੋਇਆ ਗਲਾਸ ਦੇਖਦਾ ਹੈ, ਅਤੇ ਸਟੋਨਸ ਦੇਖਦਾ ਹੈ, ਪੱਥਰ ਦੇਖਦਾ ਹੈ, ਕਲਟਰਿੰਗ ਅਪ ਦਾ ਸਟੈਪਸ, ਜਿਹੜੇ ਪੌੜੀਆਂ ਜਿਹਦੇ ਨਾਲ ਭਰੀਆਂ ਹੁੰਦੀਆਂ ਨੇ। ਉਹ ਇੱਥੇ ਇੱਕ ਹੋਰ ਤੁਹਾਡੀ ਫਰੇਜ਼ਲ ਵਰਬ ਆਈ ਹੈ ਕਲਟਰ ਅਪ। ਕਲਟਰ ਅਪ ਵੀ ਤੁਹਾਡੀ ਗਲੋਸਰੀ 'ਚ ਹੈ। ਕਲਟਰ ਅਪ ਦਾ ਮਤਲਬ ਲਿਖਿਆ ਹੈ ਜੀ ਫਿਲ ਔਰ ਕਵਰ ਸਮਥਿੰਗ ਇਨ ਐਨ ਅਨਟਾਈਡੀ ਵੇ। ਜਦੋਂ ਕੋਈ ਚੀਜ਼ ਬੜੇ ਬੇਤਰਤੀਬੇ ਢੰਗ ਨਾਲ ਭਰੀ ਹੋਵੇ ਉਹਨੂੰ ਆਪਾਂ ਕਲਟਰ ਕਹਿੰਦੇ ਆ। ਇੱਥੇ ਹੁਣ ਪੌੜੀਆਂ ਕਿਹਦੇ ਨਾਲ ਭਰੀਆਂ ਹੋਈਆਂ ਜੀ? ਟੁੱਟੇ ਹੋਏ ਸ਼ੀਸ਼ੇ ਨਾਲ, ਬੇਕਾਰ ਦੀਆਂ ਚੀਜ਼ਾਂ ਨਾਲ। ਤਾਂ ਇੱਥੇ ਅਸੀਂ ਕਲਟਰ ਅਪ ਤਾਂ ਲਿਖਿਆ। ਤਾਂ ਉਹਨਾਂ ਸਾਰਾ ਕੁਝ ਦੇਖਦੇ ਜੀ। ਉਹ ਰੇਜ਼ਿੰਗ ਹਿਜ਼ ਹੈਂਡਸ ਇਨ ਹੌਰਰ, ਉਹਨੂੰ ਆਪਣਾ ਹੱਥ ਉੱਪਰ ਚੱਕਦਾ ਹੈ, ਇਨ ਹੌਰਰ, ਬਹੁਤ ਹੀ ਹੈਰਾਨੀ ਦੇ ਨਾਲ। ਹੀ ਕ੍ਰਾਈਡ, ਉਹ ਚੀਕ ਮਾਰ ਕੇ ਕਹਿੰਦਾ ਗੁੰਡਾਜ਼, ਗੁੰਡੇ ਆ ਗਏ ਕਹਿੰਦਾ ਬੈਂਕ 'ਚ। ਹੁਣ ਜਿਹੜਾ ਗੁੰਡਾ ਸ਼ਬਦ ਆ ਬੇਟਾ, ਇਹ ਵੀ ਤੁਹਾਨੂੰ ਪਤਾ ਇੰਗਲਿਸ਼ ਦਾ ਵਰਡ ਤਾਂ ਹੈ ਨਹੀਂ, ਇਹ ਅਸੀਂ ਆਪਣੀ ਲੋਕਲ ਲੈਂਗੁਏਜ ਦਾ ਵਰਡ ਯੂਜ਼ ਕਰਦੇ ਹਾਂ, ਹਿੰਦੀ ਪੰਜਾਬੀ 'ਚ ਯੂਜ਼ ਹੁੰਦਾ। ਇੱਥੋਂ ਫਿਰ ਸਾਨੂੰ ਪਤਾ ਲੱਗਦਾ ਕਿ ਇਹ ਰਾਈਟਰ ਸਾਡੇ ਇੰਡੀਅਨ ਰਾਈਟਰ ਨੇ। ਮੇ ਦੇ ਸਫਰ ਫਰੋਮ 1000 ਇਲਸ, ਰੱਬ ਕਰੇ ਇਹਨਾਂ ਨੂੰ 1000 ਬਿਮਾਰੀਆਂ ਚਿੰਬੜ ਜਾਣ। ਤੂੰ ਧਿਆਨ ਨਾਲ ਦੇਖੋ ਇਸ ਲਾਈਨ ਦੇ ਪਿੱਛੇ ਕਿਹੜਾ ਸਾਈਨ ਬਣਿਆ ਹੋਇਆ ਹੈ? ਸਾਈਨ ਆਫ ਐਕਸਕਲੇਮੇਸ਼ਨ। ਤਾਂ ਇਹਦੇ ਵਿੱਚ ਮੇ ਵਰਡ ਸ਼ੁਰੂਆਤ 'ਚ ਆ ਰਿਹਾ ਹੈ। ਇਹ ਕਿਹੜਾ ਸੈਂਟੈਂਸ ਹੋ ਗਿਆ? ਓਪਟੇਟਿਵ ਸੈਂਟੈਂਸ ਹੋ ਗਿਆ, ਅਸੀਸਵਾਚਕ ਵਾਕ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਚਾਹੇ ਦੁਰਅਸੀਸੀ ਦੇ ਰਿਹਾ ਹੈ ਲੇਕਿਨ ਇਹ ਓਪਟੇਟਿਵ ਸੈਂਟੈਂਸ ਹੋ ਗਿਆ। ਇਹਦੇ ਬਾਰੇ ਆਪਾਂ ਡਾਇਰੈਕਟ ਇਨਡਾਇਰੈਕਟ ਬੜੇ ਚੰਗੀ ਤਰ੍ਹਾਂ ਪੜ੍ਹੇ ਹੈ। ਇਟ ਵਾਜ਼ ਬੈਡ ਇਨਫ ਬੀਇੰਗ ਪੇਡ ਇਰੈਗੂਲਰਲੀ, ਕਹਿੰਦੇ ਪਹਿਲੇ ਹੀ ਮੇਰੇ ਨਾਲ ਤਾਂ ਮਾੜਾ ਚੱਲ ਰਿਹਾ ਹੈ ਕਿ ਮੈਨੂੰ ਪੇ ਰੈਗੂਲਰ ਨਹੀਂ ਮਿਲ ਰਹੀ, ਪਹਿਲੇ ਹੀ ਮੇਰੇ ਨਾਲ ਮਾੜਾ ਹੋ ਰਿਹਾ ਹੈ। ਇਟ ਵਾਜ਼ ਬੈਡ ਇਨਫ ਬੀਇੰਗ ਪੇਡ ਇਰੈਗੂਲਰਲੀ। ਦੇਖੋ ਰੈਗੂਲਰਲੀ ਦਾ ਉਲਟ ਇਰੈਗੂਲਰ ਹੁੰਦਾ ਹੈ ਨਾ, ਪਿੱਛੇ ਐਲ ਵਾਈ ਪਾਇਆ ਹੋਇਆ। ਇਹਦਾ ਮਤਲਬ ਇਹ ਐਡਵਰਬ ਹੈ ਕਿ ਮੈਨੂੰ ਤਾਂ ਪਹਿਲੇ ਹੀ ਪੈਸੇ ਟਾਈਮ ਨਾਲ ਨਹੀਂ ਮਿਲਦੇ। ਨਾਓ ਆਈ ਮਸਟ ਸਫਰ ਐਨ ਇਨਕਰੀਜ਼ ਆਫ ਵਰਕ, ਮੇਰਾ ਕੰਮ ਹੋਰ ਵੱਧ ਗਿਆ। ਕਿਵੇਂ? ਗੁੰਡੇ ਆ ਗਏ ਇੱਥੇ ਤੋੜ ਫੋੜ ਕਰਨ ਲੱਗ ਗਏ। ਅੱਗੇ ਤਾਂ ਇਕੱਲੀ ਮਿੱਟੀ ਆਉਂਦੀ ਸੀ, ਹੁਣ ਮੈਨੂੰ ਆ ਪੱਥਰ ਵੀ ਚੱਕਣੇ ਪੈ ਰਹੇ ਨੇ, ਸ਼ੀਸ਼ੇ ਵੀ ਟੁੱਟੇ ਹੋਏ ਚੱਕਣੇ ਪੈ ਰਹੇ ਨੇ। ਮੇਰਾ ਕੰਮ ਵੱਧ ਗਿਆ, ਪੈਸੇ ਮੈਨੂੰ ਪਹਿਲੇ ਨਹੀਂ ਮਿਲ ਰਹੇ। ਇੱਥੋਂ ਇਹ ਕਹਿਣਾ ਚਾਹੁੰਦਾ ਹੈ ਹੀ ਸਮੋਟ ਦਾ ਸਟੈਪਸ ਵਿਦ ਹਿਸ ਬਰੂਮ ਸਕੈਟਰਿੰਗ ਦਾ ਰਿਫਿਊਜ਼। ਉਹ ਕੀ ਕਰਦਾ ਹੈ ਜੀ? ਆਪਣੇ ਝਾੜੂ ਦੇ ਨਾਲ, ਬਰੂਮ ਦਾ ਮਤਲਬ ਝਾੜੂ ਹੁੰਦਾ, ਝਾੜੂ ਦੇ ਨਾਲ ਉਹ ਜਿਹੜੇ ਸਟੈਪਸ ਹੈ ਉਸ ਨੂੰ ਸਾਫ਼ ਕਰਦਾ। ਇੱਥੇ ਇੱਕ ਵਰਬ ਲੱਗੀ ਹੋਈ ਹੈ ਜੀ ਸਮੋਟ। ਇਹ ਪਹਿਲਾਂ ਪੜ੍ਹੀਏ ਤੁਸੀਂ ਸਮੋਟ ਵਰਬ ਕਦੇ? ਇਹਦੀਆਂ ਵਰਬ ਦੀਆਂ ਫਾਰਮ ਹੁੰਦੀਆਂ ਜੀ ਸਮਾਈਟ, ਸਮੋਟ, ਸਮਿਟਨ। ਸਮਿਟਨ 'ਚ ਡਬਲ ਟੀ ਪੈਂਦੀ ਹੈ। ਸਮਿਟਨ ਨੂੰ ਕਈ ਵਾਰੀ ਸਮਿਟ ਵੀ ਕਹਿਤਾ ਜਾਂਦਾ ਹੈ। ਤਾਂ ਇਹ ਨੇ ਜੀ ਵਰਬ ਦੀਆਂ ਫਾਰਮਾਂ ਇਹਦੀਆਂ। ਸਮਾਈਟ ਦਾ ਮਤਲਬ ਕੀ ਹੁੰਦਾ ਹੈ? ਟੂ ਸਟ੍ਰਾਈਕ ਵਿਦ ਅ ਫਰਮ ਬਲੋ। ਜਦ ਆਪਾਂ ਕਿਸੇ ਚੀਜ਼ ਦੇ ਉੱਪਰ ਭਾਰੀ ਸੱਟ ਮਾਰਦੇ ਹਾਂ ਉਹਨੂੰ ਕਹਿੰਦੇ ਆ ਸਮਾਈਟ। ਤਾਂ ਹੁਣ ਉਹ ਝਾੜੂ ਨਾਲ ਹੀ ਮਾਰ ਰਿਹਾ ਹੈ, ਝਾੜੂ ਮਾਰਦਾ ਹੈ ਉਹਨਾਂ ਤੇ, ਸਟੈਪਸ ਤੇ ਝਾੜੂ ਮਾਰਦਾ ਥੋੜਾ ਜਿਹਾ ਦੁਖੀ ਹੋ ਕੇ। ਤੇ ਉਹਦੇ ਨਾਲ ਕੀ ਹੁੰਦਾ ਹੈ? ਸਕੈਟਰਿੰਗ ਦਾ ਰਿਫਿਊਜ਼, ਕਿ ਜਿਹੜਾ ਰਿਫਿਊਜ਼ ਪਈ ਆ ਉੱਥੇ ਵੇਸਟ ਮਟੀਰੀਅਲ ਪਿਆ ਉਹ ਫੇਰ ਸਕੈਟਰ ਕਰ ਜਾਂਦਾ, ਇੱਧਰ ਉੱਧਰ ਬਿਖਰ ਜਾਣਾ। ਸਕੈਟਰ ਦਾ ਮਤਲਬ ਬਿਖਰ ਜਾਣਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 17th ਪੈਰਾ। ਗੁੱਡ ਮਾਰਨਿੰਗ ਨਥੂ ਸੈਡ ਸੀਤਾਰਾਮ ਗੈਟਿੰਗ ਡਾਊਨ ਫਰੋਮ ਹਿਸ ਬਾਈਸਾਈਕਲ। ਐਨੇ ਨੂੰ ਸੀਤਾਰਾਮ ਆ ਜਾਂਦੇ, ਪਹਿਲੇ ਦਿਨ ਵੀ ਆਇਆ ਸੀ। ਕਹਿੰਦਾ ਗੁੱਡ ਮਾਰਨਿੰਗ ਨਥੂ, ਆਪਣੇ ਬਾਈਸਾਈਕਲ ਤੋਂ ਉਤਰਦੇ ਹੋਏ ਕਹਿੰਦਾ, ਇੱਥੇ ਦੇਖੋ ਧਿਆਨ ਨਾਲ, ਗੈਟ ਡਾਊਨ। ਜਦ ਆਪਾਂ ਬਾਈਸਾਈਕਲ ਤੋਂ ਥੱਲੇ ਉਤਰਦੇ ਆਂ ਜਾਂ ਬੱਸ ਤੋਂ ਥੱਲੇ ਉਤਰਦੇ ਆਂ ਜਾਂ ਟ੍ਰੇਨ ਤੋਂ ਥੱਲੇ ਉਤਰਦੇ ਆਂ ਤਾਂ ਉਦੋਂ ਅਸੀਂ ਗੈਟ ਡਾਊਨ ਫਰੋਮ ਐਵੇਂ ਯੂਜ਼ ਕਰਦੇ। ਗੈਟ ਡਾਊਨ ਫਰੋਮ ਬਾਈਸਾਈਕਲ, ਗੈਟ ਡਾਊਨ ਫਰੋਮ ਟ੍ਰੇਨ, get down from the bus,
ਗੈਟ ਡਾਊਨ ਦੀ ਥਾਂ ਤੇ ਕਈ ਵਾਰੀ ਆਪਾਂ ਗੈਟ ਆਫ ਵੀ ਯੂਜ਼ ਕਰ ਲੈਂਦੇ ਆ OFF। ਗੈਟ ਆਫ ਜਾਂ ਗੈਟ ਡਾਊਨ ਦੋਨਾਂ ਦਾ ਇੱਕੋ ਮਤਲਬ ਹੁੰਦਾ ਹੈ ਇਹਨਾਂ ਚੀਜ਼ਾਂ ਤੋਂ ਥੱਲੇ ਉਤਰਨਾ। ਇਹਨਾਂ ਨੂੰ ਨੋਟ ਕਰਿਆ ਕਰੋ, ਇਹ ਜ਼ਰੂਰੀਆਂ ਗੱਲਾਂ ਇਹ। ਅੱਛਾ, ਜੇ ਬਾਈਸਾਈਕਲ ਤੇ ਚੜਨਾ ਹੋਵੇ ਜਾਂ ਬੱਸ ਤੇ ਚੜਨਾ ਹੋਵੇ ਜਾਂ ਟ੍ਰੇਨ ਤੇ ਚੜਨਾ ਹੋਵੇ ਫਿਰ ਗੈਟ ਔਨ ON, ਤਾਂ ਫਿਰ ਇਹਦਾ ਆਪੋਜ਼ਿਟ ਗੈਟ ਔਨ ਹੁੰਦਾ ਹੈ। ਇਹ ਚੀਜ਼ਾਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਕੀ ਕਹਿੰਦੇ ਜੀ, ਯੂ ਵਿਲ ਹੈਵ ਟੂ ਟੇਕ ਅਪ ਅ ਨਿਊ ਜੌਬ ਆਈ ਸਪੋਜ਼ ਨਾਓ ਦੈਟ ਦਾ ਬੈਂਕ ਇਜ਼ ਕਲੋਜ਼ਿੰਗ। ਕਹਿੰਦੇ ਮੈਨੂੰ ਲੱਗਦਾ ਹੈ, ਆਈ ਸਪੋਜ਼ ਦਾ ਮਤਲਬ ਹੁੰਦਾ ਪੰਜਾਬੀ ਚ ਮੈਨੂੰ ਲੱਗਦਾ ਹੈ ਕਿ ਤੈਨੂੰ ਹੁਣ ਨਵੀਂ ਜੌਬ ਦੇਖਣੀ ਚਾਹੀਦੀ ਹੈ। ਯੂ ਵਿਲ ਹੈਵ ਟੂ ਟੇਕ ਅਪ ਅ ਨਿਊ ਜੌਬ। ਇੱਥੇ ਫਿਰ ਇੱਕ ਫਰੇਜ਼ਲ ਵਰਬ ਹੈ ਜੀ। ਟੇਕ ਅਪ ਅ ਜੌਬ ਦਾ ਮਤਲਬ ਕੀ ਹੁੰਦਾ ਹੈ? ਇਕੱਠਾ ਹੀ ਆਉਂਦਾ ਹੈ ਟੇਕ ਅਪ ਅ ਜੌਬ। ਟੇਕ ਅਪ ਅ ਜੌਬ ਦਾ ਮਤਲਬ ਹੁੰਦਾ ਹੈ ਟੂ ਸਟਾਰਟ ਡੂਇੰਗ ਅ ਜੌਬ। ਕੋਈ ਜੌਬ ਸਟਾਰਟ ਕਰਨ ਨੂੰ ਕਹਿੰਦੇ ਨੇ ਜੀ ਟੂ ਟੇਕ ਅਪ ਅ ਜੌਬ। ਕਿ ਤੂੰ ਹੁਣ ਕੋਈ ਨਵੀਂ ਜੌਬ, ਉਹ ਨਿਊ ਜੌਬ ਕਹਿ ਰਿਹਾ ਨਾ ਕਿ ਨਵੀਂ ਜੌਬ ਲੱਭ ਲੈ ਹੁਣ ਤੂੰ, ਨਵੀਂ ਜੌਬ ਕਰ। ਮੈਨੂੰ ਲੱਗਦਾ ਹੈ ਬੈਂਕ ਤਾਂ ਬੰਦ ਹੋ ਰਿਹਾ ਹੈ। ਵਾਟ ਡਿਡ ਯੂ ਸੇ? ਆਜ ਨੱਥੂ। ਨੱਥੂ ਨੂੰ ਕੀ ਪਤਾ ਹੋਣਾ? ਨੱਥੂ ਕਹਿੰਦਾ ਕਿ ਕੀ ਕਿਹਾ ਤੂੰ? ਵਾਟ ਡਿਡ ਯੂ ਸੇ? ਹੈਵਨ ਯੂ ਹਰਡ ਦਾ ਬੈਂਕਸ ਗੋਨ ਬੈਂਕਰਪਟ। ਕਹਿੰਦਾ ਕੀ ਤੈਨੇ ਸੁਣਿਆ ਨਹੀਂ? ਹੈਵਨ ਯੂ ਹਰਡ। ਆ ਦੇਖੋ ਧਿਆਨ ਨਾਲ ਇੱਥੇ ਹੈਵ ਕੀ ਹੈ? ਇਟਸ ਅ ਹੈਲਪਿੰਗ ਵਰਬ। ਨੈਗੇਟਿਵ ਦੇ ਨਾਲ ਸਬਜੈਕਟ ਯੂ ਦੇ ਅੱਗੇ ਆ ਰਹੀ ਹੈ। ਇੰਟਰੋਗੇਟਿਵ ਸੈਂਟੈਂਸ ਹੈ। ਕੀ ਤੈਨੇ ਸੁਣਿਆ ਨਹੀਂ? ਬੈਂਕ ਦਾ ਤਾਂ ਦੁਆਲਾ ਨਿਕਲ ਗਿਆ। ਫਿਰ ਇੱਥੇ ਗੋ ਬੈਂਕਰਪਟ ਆਇਆ, ਪਹਿਲਾਂ ਵੀ ਆਇਆ ਸੀ। ਪਹਿਲਾਂ ਆਇਆ ਸੀ ਗੋ ਮੈਡ, ਗੋ ਬੈਂਕਰਪਟ, ਗੋ ਮੈਡ। ਦੋਨਾਂ ਦੇ ਮੀਨਿੰਗ ਸਮਝ ਆ ਗਏ? ਗੋ ਮੈਡ ਦਾ ਮਤਲਬ ਪਾਗਲ ਹੋਣਾ, ਗੋ ਬੈਂਕਰਪਟ ਦਾ ਮਤਲਬ ਦੁਆਲਾ ਨਿਕਲਣਾ। ਕਹਿੰਦੇ ਬੈਂਕ ਦਾ ਤਾਂ ਪੱਠਾ ਬੈਠ ਗਿਆ। ਯੂ ਵੁੱਡ ਬੈਟਰ ਹੈਂਗ ਅਰਾਊਂਡ ਅੰਟਿਲ ਦਾ ਅਦਰਸ ਅਰਾਈਵ ਐਂਡ ਦੈਨ ਡਿਮਾਂਡ ਯੂਅਰ ਮਨੀ ਟੂ। ਕਹਿੰਦੇ ਤੈਨੂੰ ਇੱਥੇ ਹੀ ਹੈਂਗ ਅਰਾਊਂਡ, ਤੂੰ ਇੱਥੇ ਹੀ ਹੈਂਗ ਅਰਾਊਂਡ ਕਰ। ਇੱਥੇ ਹੈਂਗ ਅਰਾਊਂਡ ਇੱਕ ਹੋਰ ਫਰੇਜ਼ਲ ਵਰਬ ਹੈ, ਕਾਫੀ ਜ਼ਿਆਦਾ ਮਸ਼ਹੂਰ, ਕਾਫੀ ਜ਼ਿਆਦਾ ਬੋਲੀ ਜਾਣ ਵਾਲੀ ਹੈਂਗ ਅਰਾਊਂਡ ਫਰੇਜ਼ਲ ਵਰਬ ਹੈ। ਆਮ ਤੌਰ ਤੇ ਮੂਵੀਜ਼, ਇੰਗਲਿਸ਼ ਮੂਵੀਜ਼ 'ਚ ਬੜੀ ਬੋਲੀ ਜਾਂਦੀ ਹੈ। ਹੈਂਗ ਅਰਾਊਂਡ ਦਾ ਮਤਲਬ ਕੀ ਹੁੰਦਾ ਹੈ ਜੀ? ਵੇਟ ਅਰਾਊਂਡ, ਇੰਤਜ਼ਾਰ ਕਰਨਾ, ਇਹਨੂੰ ਹੈਂਗ ਅਰਾਊਂਡ ਕਹਿੰਦੇ ਆ। ਕਹਿੰਦੇ ਤੂੰ ਇੱਥੇ ਹੀ ਵੇਟ ਕਰ ਜਦ ਤੱਕ ਹੋਰ ਨਹੀਂ ਆ ਜਾਂਦੇ, ਅੰਟਿਲ ਦਾ ਅਦਰਸ ਅਰਾਈਵ। ਫਿਰ ਤੂੰ ਵੀ ਆਪਣਾ ਪੈਸਾ ਮੰਗੀ, ਡਿਮਾਂਡ ਯੂਅਰ ਮਨੀ ਟੂ, ਕਿਉਂਕਿ ਬਾਕੀ ਵੀ ਪੈਸੇ ਮੰਗਣ ਆਣਗੇ। ਯਾਦ ਹੈ ਤੁਹਾਨੂੰ ਕਹਿ ਕੇ ਗਏ ਸੀ, ਕਹਿੰਦੇ ਕੋਈ ਨਾ ਕੱਲ ਨੂੰ ਫੇਰ ਆਵਾਂਗੇ। ਉਹ ਕਹਿੰਦੇ ਬਾਕੀ ਵੀ ਪੈਸੇ ਮੰਗਣ ਆਣਗੇ, ਤੂੰ ਵੀ ਇੱਥੇ ਹੁਣ ਵੇਟ ਕਰ ਥੋੜੀ ਦੇਰ, ਜਦੋਂ ਆ ਜਾਣਗੇ ਤੂੰ ਵੀ ਪੈਸੇ ਮੰਗੀ। ਬਟ ਯੂ ਵਿਲ ਬੀ ਲੱਕੀ ਇਫ ਯੂ ਗੈਟ ਇਟ। ਕਹਿੰਦੇ ਪਰ ਤੂੰ ਖੁਸ਼ਕਿਸਮਤ ਹੋਏਗਾ ਜੇ ਤੈਨੂੰ ਪੈਸੇ ਮਿਲੇ, ਜੇ ਮਿਲੇ। ਇਫ ਹੀ ਵੇਵਡ ਚੀਅਰਫੁਲੀ, ਉਹ ਬੜਾ ਖੁਸ਼ ਹੋ ਕੇ ਹੱਥ ਲਾਉਂਦਾ, ਟਾਟਾ ਕਰਦਾ, ਵੇਵ, ਐਂਡ ਪੈਡਲਡ ਅਵੇ, ਅਤੇ ਉੱਥੋਂ ਸਾਈਕਲ ਤੇ ਚਲਾ ਜਾਂਦਾ। ਇੱਕ ਹੋਰ ਫਰੇਜ਼ਲ ਵਰਬ ਹੈ ਜੀ ਪੈਡਲਡ ਅਵੇ। ਪੈਡਲਡ ਅਵੇ ਦਾ ਮਤਲਬ ਹੁੰਦਾ ਜੀ ਟੂ ਰਾਈਡ ਅ ਬਾਈਸਾਈਕਲ। ਸਾਈਕਲ ਚਲਾਉਣ ਨੂੰ ਕਿਹਾ ਜਾਂਦਾ ਹੈ ਪੈਡਲ ਅਵੇ। ਜੇ ਆਪਾਂ ਸਾਈਕਲ ਚਲਾਉਣਾ ਹੋਵੇ ਨਾ ਤਾਂ ਉੱਥੇ ਆਪਾਂ ਕਿਹੜੀ ਵਰਬ ਯੂਜ਼ ਕਰ ਸਕਦੇ ਹਾਂ? ਫਰੇਜ਼ਲ ਵਰਬ ਯੂਜ਼ ਕਰ ਸਕਦੇ ਹਾਂ ਪੈਡਲ ਅਵੇ। ਤਾਂ ਬੇਟਾ ਜਿਹੜਾ ਹੈਂਗ ਅਰਾਊਂਡ ਫਰੇਜ਼ਲ ਵਰਬ ਹੈ ਤੁਹਾਡੀ ਗਲੋਸਰੀ 'ਚ ਵੀ ਹੈ। ਕੀਪ ਸਟੈਂਡਿੰਗ ਔਰ ਮੂਵਿੰਗ ਅਬਾਊਟ ਡੂਇੰਗ ਨਥਿੰਗ, ਉਹੀ ਵੇਟ ਕਰਨੀ, ਖੜੇ ਹੋ ਕੇ ਵੇਟ ਕਰਨੀ ਕਿਹਾ ਹੋਇਆ ਇਹਨਾਂ ਨੇ। 18th ਪੈਰਾਗ੍ਰਾਫ, ਲਾਸਟ ਪੈਰਾਗ੍ਰਾਫ ਹੈ ਜੀ। ਵੈਨ ਨੱਥੂ ਫਿਨਿਸ਼ਡ ਸਵੀਪਿੰਗ ਦਾ ਸਟੈਪਸ, ਜਦੋਂ ਨੱਥੂ ਨੇ ਪੌੜੀਆਂ ਨੂੰ ਸਾਫ਼ ਕਰ ਲਿਆ, ਫਿਨਿਸ਼ ਸਵੀਪਿੰਗ, ਹੀ ਸੈਟ ਡਾਊਨ ਟੂ ਅਵੇਟ ਦਾ ਅਰਾਈਵਲ ਆਫ ਦਾ ਮੈਨੇਜਰ। ਤਾਂ ਉਹ ਬੈਠ ਗਿਆ ਤੇ ਬੈਠ ਕੇ ਕੀ ਕਰਨ ਲੱਗਿਆ? ਮੈਨੇਜਰ ਦੀ ਆਉਣ ਦੀ ਵੇਟ ਕਰਨ ਲੱਗਿਆ। ਇੱਥੇ ਇੱਕ ਗੱਲ ਦੇਖੋ, ਇੱਥੇ ਟੂ ਦੇ ਨਾਲ ਅਵੇਟ ਪਾਇਆ ਹੋਇਆ ਹੈ। ਤੁਸੀਂ ਸੋਚਦੇ ਹੋਗੇ ਵੇਟ ਕਿਉਂ ਨਹੀਂ ਪਾਇਆ? ਵੇਟ ਇਜ਼ ਆਲਸੋ ਅ ਵਰਬ, ਵੇਟ ਵੀ ਵਰਬ ਹੈ। ਜੇ ਏ ਪਾ ਦਈਏ ਮੁਰੇ, ਵੇਟ ਐਂਡ ਵੇਟ ਦੋਨੇ ਵਰਬਸ ਹੈ। ਵੇਟ ਕਿਉਂ ਨਹੀਂ ਪਾਇਆ? ਅਵੇਟ ਕਿਉਂ ਪਾਇਆ? ਵੇਟ ਤੇ ਅਵੇਟ 'ਚ ਫਰਕ ਹੈ, ਦੋਨੇ ਵਰਬਸ ਹੈ, ਸੁਣ ਲਓ। ਵੇਟ ਦਾ ਮਤਲਬ ਹੁੰਦਾ ਬੇਟਾ ਇੰਤਜ਼ਾਰ ਕਰਨਾ, ਸਿੰਪਲ, ਉਈਓ। ਮੰਨ ਲਓ ਤੁਸੀਂ ਬੈਠੇ ਹੋ, ਮੇਰਾ ਦੋਸਤ ਆ ਰਿਹਾ ਜੀ, ਮੈਂ ਇੰਤਜ਼ਾਰ ਕਰ ਰਿਹਾ, ਠੀਕ ਹੈ, ਕੋਈ ਗੱਲ, ਵਿਹਲਾ, ਮੈਂ ਵੀ ਵਿਹਲਾ, ਮੈਨੂੰ ਕਿਹੜਾ ਕੋਈ ਕੰਮ ਹੈ, ਆਜੂਗਾ ਆਜੂਗਾ। ਯੂ ਆਰ ਵੇਟਿੰਗ ਫॉर योर ਫਰੈਂਡ। ਹੁਣ ਇੱਕ ਤਾਂ ਤੁਸੀਂ ਆਪਣੇ ਜਸਟ ਫਰੈਂਡ ਦੀ ਵੇਟ ਕਰ ਰਹੇ ਹੋ ਜਾਂ ਕਿਸੇ ਪਰਸਨ ਦੀ ਵੇਟ ਕਰ ਰਹੇ ਹੋ ਜਾਂ ਵੈਸੇ ਹੀ ਬੈਠੇ ਹੋ ਬਿਕੋਜ਼ ਯੂ ਆਰ ਫ੍ਰੀ। ਇੱਕ ਤੁਹਾਡਾ ਰਿਜ਼ਲਟ ਆਣਾ ਹੈ, ਤੁਹਾਡੇ ਅੰਦਰ ਧੁਕ ਵੀ ਛਾਈ ਵੀ ਹੈ ਵੀ ਲੈ ਕੇ ਕੀ ਬਣੂ। ਹੁਣ ਵੇਟ ਵੀ ਹੋ ਰਹੀ ਹੈ, ਅੰਦਰ ਤੁਹਾਡੇ ਮਨ 'ਚ ਹਲਚਲ ਵੀ ਹੋ ਰਹੀ ਹੈ। ਜਦੋਂ ਆ ਦੋਨੇ ਕੰਮ ਹੋਣ ਉੱਥੇ ਆਪਾਂ ਕਿਹੜੀ ਵਰਬ ਯੂਜ਼ ਕਰਦੇ ਹਾਂ? ਅਵੇਟ। ਹੁਣ ਇਹਦੇ ਮਨ 'ਚ ਹਲਚਲ ਕੀ ਹੋ ਰਹੀ ਹੈ ਵੀ ਖਬਰੇ ਪੈਸੇ ਮਿਲਣਗੇ ਕਿ ਨਹੀਂ ਮਿਲਣਗੇ। ਨਾਲੇ ਤਾਂ ਵੇਟ ਕਰ ਰਿਹਾ ਹੈ, ਨਾਲੇ ਪੈਸੇ ਬਾਰੇ ਸੋਚੀ ਜਾ ਰਿਹਾ ਹੈ, ਨਾਲੇ ਮੈਨੇਜਰ ਬਾਰੇ ਸੋਚੀ ਜਾ ਰਿਹਾ ਹੈ। ਕਈ ਸਾਰੀਆਂ ਗੱਲਾਂ ਮਨ 'ਚ ਚੱਲ ਰਹੀਆਂ ਨੇ। ਜਦੋਂ ਬੇਟਾ ਬਹੁਤ ਸਾਰੀਆਂ ਗੱਲਾਂ ਮਨ 'ਚ ਚੱਲ ਰਹੀਆਂ ਹੋਣ, ਉਸ ਟਾਈਮ ਤੁਸੀਂ ਵੇਟ ਕਰਦੇ ਹੋ, ਤਾਂ ਫਿਰ ਆਪਾਂ ਉੱਥੇ ਅਵੇਟ ਯੂਜ਼ ਕਰਦੇ ਹਾਂ। ਜੇ ਜਸਟ ਇੱਕ ਅੱਧੀ ਗੱਲ ਪਿੱਛੇ ਤੁਸੀਂ ਵੇਟ ਕਰ ਰਹੇ ਹੋ, ਮਨ ਤੁਹਾਡਾ ਕੋਈ ਗੱਲ ਨਹੀਂ ਸਥਿਰ ਹੈ, ਕੋਈ ਸ਼ਾਂਤ ਹੈ, ਤੁਹਾਡਾ ਕੋਈ ਦਿੱਕਤ ਵਾਲੀ ਗੱਲ ਨਹੀਂ, ਫਿਰ ਅਸੀਂ ਵੇਟ ਯੂਜ਼ ਕਰਦੇ ਹਾਂ। ਇਹ ਫਰਕ ਹੈ। ਹੀ ਵਾਸ ਡਿਟਰਮਿਨਡ ਟੂ ਗੈਟ ਹਿਜ਼ ਪੇ। ਹੁਣ ਉਹਨੇ ਪੂਰਾ ਨਿਸ਼ਚਾ ਕਰ ਲਿਆ ਵੀ ਮੈਂ ਤਾਂ ਅੱਜ ਆਪਣੀ ਪੇ ਲੈ ਕੇ ਜਾਊਂ। ਡਿਟਰਮਿਨ ਦਾ ਮਤਲਬ ਨਿਸ਼ਚਾ ਕਰਨਾ। Who would have thought the bank would collapse? ਕਿਹਨੇ ਸੋਚਿਆ ਸੀ? Who would have thought? ਕਿਹਨੇ ਸੋਚਿਆ ਸੀ ਕਿ ਬੈਂਕ ਦਾ ਪੱਠਾ ਬੈਠ ਜੂ? He asked himself, ਉਹਨੇ ਆਪਣੇ ਆਪ ਨੂੰ ਪੁੱਛਿਆ। Looking thoughtfully across the street, thoughtfully ਦਾ ਮਤਲਬ ਵਿਚਾਰਸ਼ੀਲ ਹੋ ਕੇ ਸੋਚੀ ਵੀ ਜਾ ਰਿਹਾ ਹੈ ਅਤੇ ਸਟਰੀਟ ਵੱਲ, ਗਲੀ ਵੱਲ ਵੀ ਦੇਖੀ ਜਾ ਰਿਹਾ ਹੈ, ਰੋਡ ਵੱਲ ਵੀ ਦੇਖੀ ਜਾ ਰਿਹਾ ਹੈ, ਕਿਉਂਕਿ ਉਹਨੂੰ ਮੈਨੇਜਰ ਦੇ ਆਉਣ ਦੀ ਆਸ ਹੈ। I wonder how it could have happened? ਕਹਿੰਦੇ ਮੈਂ ਬੜਾ ਹੈਰਾਨ ਹੈ ਵੀ ਕਿਵੇਂ ਵਾਪਰ ਗਿਆ, ਵੀ ਬੈਂਕ ਦਾ ਪੱਠਾ ਕਿਵੇਂ ਬੈਠ ਗਿਆ।
ਇੱਥੇ ਹੀ ਸਾਡੀ ਸਟੋਰੀ ਖਤਮ ਹੋ ਜਾਂਦੀ। ਯਾਦ ਕਰੋ ਸਾਡੀ ਇੰਟਰੋਡਕਸ਼ਨ ਦੇ ਵਿੱਚ ਇੱਕ ਲਾਈਨ ਆਈ ਸੀ, ਆਪਾਂ ਫਿਰ ਉਸੇ ਲਾਈਨ ਵੱਲ ਦੁਬਾਰਾ ਦੇਖਦੇ ਹਾਂ। ਬਿਲਕੁਲ ਲਾਸਟ ਲਾਈਨ ਦੇਖੋ, ਇਟ ਸ਼ੋਜ਼ ਹਾਊ ਐਨ ਇਨੋਸੈਂਟ ਰਿਮਾਰਕ ਕੈਨ ਸਮਟਾਈਮਸ ਲੀਡ ਟੂ ਅ ਕੈਟਾਸਟ੍ਰੋਫੀ ਅਨਡ੍ਰੀਮਡ ਬਾय ਦ ਪਰਸਨ ਹੂ ਮੇਕਸ ਦ ਰਿਮਾਰਕ। ਹੁਣ ਇਹ ਬੈਠਾ ਸੋਚ ਰਿਹਾ ਹੈ, ਲਾਸਟ ਲਾਈਨ ਦੇਖੋ ਨੇ ਕੀ ਕਹਿ ਰਿਹਾ ਉਹ, ਕਿ ਮੈਂ ਬੜਾ ਹੈਰਾਨ ਹੈ ਵੀ ਕਿਵੇਂ ਵਾਪਰ ਗਿਆ, ਵਪਰਾਣ ਵਾਲਾ ਤਾਂ ਤੂੰ ਹੈ। ਉਹ ਕਹਿੰਦਾ ਨਾ ਵੀ ਕਿਵੇਂ ਵਾਪਰ ਗਿਆ, ਐਵੇਂ ਕਿਵੇਂ ਹੋ ਗਿਆ, ਬੈਂਕ ਦਾ ਪੱਠਾ ਬੈਠ ਗਿਆ। ਸਟਾਰਟ ਤਾਂ ਦੇਖੋ ਨੱਥੂ ਨੇ ਕਰੀ ਸੀ ਗੱਲ, ਲੇਕਿਨ ਉਹਦਾ ਰਿਮਾਰਕ ਕੀ ਸੀ? ਇਟ ਵਾਜ਼ ਐਨ ਇਨੋਸੈਂਟ ਰਿਮਾਰਕ। ਇਨੋਸੈਂਟ ਰਿਮਾਰਕ ਸੀਗਾ ਨਾ ਉਹਦਾ। ਉਹਨੇ ਤਾਂ ਜਸਟ ਗੱਲ ਕਹੀ ਹੈ ਵੀ ਮੈਨੂੰ ਪੇ ਹਜੇ ਤੱਕ ਨਹੀਂ ਮਿਲੀ। ਇਹ ਤਾਂ ਨਹੀਂ ਕਿਹਾ ਵੀ ਮੈਨੂੰ ਬੈਂਕ ਪੇ ਨਹੀਂ ਦੇ ਰਿਹਾ। ਉਹਨੇ ਅਜੀ ਕੋਈ ਗੱਲ ਨਹੀਂ ਕਹੀ ਵੀ ਬੈਂਕ ਦਾ ਪੱਠਾ ਬੈਠ ਗਿਆ, ਬੈਂਕ ਕੋਲ ਪੈਸੇ ਨਹੀਂ ਹਨ, ਬੈਂਕ ਨੇ 2 ਮਹੀਨਿਆਂ ਤੋਂ ਮੈਨੂੰ ਪੈਸੇ ਨਹੀਂ ਦਿੱਤੇ, ਜਾਂ ਬੈਂਕ ਨੇ ਬਾਕੀ ਇੰਪਲਾਈਜ਼ ਨੂੰ ਪੈਸੇ ਨਹੀਂ ਦਿੱਤੇ। ਉਹਨੇ ਅਜੀ ਕੋਈ ਗੱਲ ਨਹੀਂ ਕਹੀ। ਇਹ ਸਾਰੀਆਂ ਗੱਲਾਂ ਕਿਹਨੇ ਬਣਾਈਆਂ? ਬਾਅਦ ਵਾਲੇ ਬੰਦਿਆਂ ਨੇ ਬਣਾਈਆਂ। ਸਟੋਰੀ ਕੀ ਦੱਸਣਾ ਚਾਹੁੰਦੀ ਹੈ? ਸਟੋਰੀ ਇਹ ਦੱਸਣਾ ਚਾਹੁੰਦੀ ਹੈ ਕਿ ਸਾਡਾ ਸਮਾਜ ਇਹੋ ਜਿਹਾ ਕਿ ਗੱਲ ਦੀ ਗੜਲ ਬਣਾ ਕੇ ਇੱਕ ਵੱਡੀ ਗੜਲ ਹੋਰ ਬਣ ਜਾਂਦੀ ਹੈ ਤੇ ਉਵੇਂ ਪੇਸ਼ ਕੀਤੀ ਜਾਂਦੀ ਹੈ। ਐਵੇਂ ਚੱਲਦਾ ਸਾਡਾ ਸੰਸਾਰ। ਫਨੀ ਸਟੋਰੀ ਹੈ ਜੀ, ਸਮਾਜ ਦਾ ਇੱਕ ਪੱਖ ਸਾਨੂੰ ਜ਼ਾਹਿਰ ਹੁੰਦਾ ਹੈ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇ। ਇਸੇ ਦੇ ਨਾਲ ਸਾਡੀ ਸਟੋਰੀ ਦਾ ਬॉय ਹੂ ਬ੍ਰੋਕ ਦਾ ਬੈਂਕ ਬੱਚਿਓ ਖਤਮ ਹੁੰਦੀ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਸਟੋਰੀ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਸਮਝ ਆ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਚੈਪਟਰਸ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਲੈ ਕੇ ਫਿਰ ਮਿਲਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।